ਅਮਰਦਾਸ ਜੀ ਮਹਾਰਾਜ ਜੀ ਸਤਿਗੁਰਾਂ ਦੇ ਗੁਣ, ਸਤਿਗੁਰਾਂ ਦੀ ਮਹਿਮਾ, ਸਤਿਗੁਰਾਂ ਦੀ ਉਸਤਤ ਕੀਤੀ ਨਹੀਂ ਜਾ ਸਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿ ਰਹੇ ਨੇ ਕਿ ਘਨ ਹਰ ਬੂੰਦ ਬਸਵਾ ਰੁਮਾਵਲ, ਕੁਸਮ ਬਸੰਤ ਗਨੰਤ ਨ ਆਵੇ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਕਹਿੰਦੇ ਨੇ ਜਿਵੇਂ ਬੱਦਲ ਆ ਨਾ, ਬੱਦਲ ਦੀ ਜਿਹੜੀ ਬਾਰਿਸ਼ ਹੁੰਦੀ ਆ, ਉਹਦੀਆਂ ਜਿਹੜੀਆਂ ਬੂੰਦਾਂ ਉਹ ਗਿਣੀਆਂ ਜਾ ਸਕਦੀਆਂ? ਨਹੀਂ ਗਿਣੀਆਂ ਜਾ ਸਕਦੀਆਂ। ਜਿਹੜੀ ਧਰਤੀ ਦੇ ਉੱਤੇ ਜਿੰਨੀ ਪ੍ਰਕਿਰਤੀ ਦੀ ਬਨਸਪਤੀ ਹੈ, ਇਹ ਕਿੰਨੇ ਦਰਖਤ, ਕਿੰਨੇ ਬੂਟੇ, ਇਹ ਸਾਰਾ ਗਿਣਿਆ ਜਾ ਸਕਦਾ ਆ? ਨਹੀਂ ਗਿਣਿਆ ਜਾ ਸਕਦਾ। ਬਸੰਤ ਵਿੱਚ ਕਿੰਨੇ ਫੁੱਲ ਖਿੜ ਜਾਂਦੇ ਨੇ ਕਿ ਉਹ ਗਿਣੇ ਜਾ ਸਕਦੇ ਨੇ? ਨਹੀਂ ਗਿਣੇ ਹੀ ਨਹੀਂ ਜਾ ਸਕਦੇ। ਪੂਰੀ ਧਰਤੀ ਤੇ ਕਿੰਨੀ ਜਗ੍ਹਾ ਫੁੱਲ ਖਿੜਦੇ ਨੇ, ਉਹ ਵੀ ਨਹੀਂ ਗਿਣੇ ਜਾ ਸਕਦੇ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਸੂਰਜ ਦੀਆਂ ਕਿਰਨਾਂ, ਚੰਦਰਮਾ ਦੀਆਂ ਕਿਰਨਾਂ ਕਿਤੇ ਗਿਣੀਆਂ ਜਾ ਸਕਦੀਆਂ ਨੇ? ਕਿੰਨੀਆਂ ਕਿਰਨਾਂ? ਗੰਗਾ ਦੀਆਂ ਲਹਿਰਾਂ, ਸਾਗਰ ਦੀਆਂ ਲਹਿਰਾਂ, ਇਹ ਕਿਤੇ ਇਹਨਾਂ ਦੀ ਗਿਣਤੀ ਹੋ ਸਕਦੀ ਆ ਵੀ ਇਹਨਾਂ ਦੀ ਕਿੰਨੀ ਕੁ ਗਿਣਤੀ ਹੈ? ਨਹੀਂ ਹੋ ਸਕਦੀ। ਲੇਕਿਨ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਭੱਲ ਕਵੀ ਜੀ ਕਹਿੰਦੇ ਨੇ, ਭੱਟ ਸਾਹਿਬਾਨ, ਉਹ ਕਹਿੰਦੇ ਨੇ ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭੱਲ ਉਹਨੇ ਜੋ ਗਾਵੇ। ਕਹਿੰਦੇ ਸ਼ਿਵ ਜੀ ਵਰਗੀ ਕੋਈ ਸਮਾਧੀ ਲਾ ਲਵੇ ਨਾ, ਕਿਉਂਕਿ ਸ਼ਿਵ ਜੀ ਦੀ ਸਮਾਧੀ ਬੜੀ ਮਸ਼ਹੂਰ ਆ ਕਿ ਉਹ ਇੱਕ ਵਾਰ ਸਮਾਧੀ ਵਿੱਚ ਚਲੇ ਜਾਂਦੇ ਸਨ, ਕਿੰਨੇ ਕਿੰਨੇ ਸਾਲ ਉਹਦੇ ਵਿੱਚ ਲਿਵਲੀਨ ਰਹਿੰਦੇ ਸਨ। ਉਹ ਕਹਿੰਦੇ ਨੇ ਕਿ ਸ਼ਿਵ ਜੀ ਵਰਗੀ ਅਗਰ ਕੋਈ ਸਮਾਧੀ ਲਾ ਕੇ ਸਤਿਗੁਰਾਂ ਦੇ ਗਿਆਨ ਦੇ ਨਾਲ ਇਹਨਾਂ ਚੀਜ਼ਾਂ ਦੀ ਗਿਣਤੀ ਅਗਰ ਕਰ ਵੀ ਲਵੇ, ਮੰਨ ਲਓ ਵੀ ਬਾਰਿਸ਼ ਦੀਆਂ ਕਿੰਨੀਆਂ ਬੂੰਦਾਂ ਬੱਦਲ ਚੋਂ ਗਿਰੀਆਂ, ਉਹ ਵੀ ਗਿਣ ਲਵੇ ਕੋਈ, ਬਨਸਪਤੀ ਤੇ ਕਿੰਨਾ ਮਤਲਬ ਧਰਤੀ ਦੇ ਉੱਤੇ ਬਨਸਪਤੀ ਪ੍ਰਕਿਰਤੀ ਫੈਲੀ ਹੋਈ, ਇਹਨੂੰ ਵੀ ਕੋਈ ਗਿਣ ਲਵੇ, ਬਸੰਤ ਵਿੱਚ ਕਿੰਨੇ ਫੁੱਲ ਖਿੜਦੇ ਨੇ, ਇਹਨੂੰ ਵੀ ਅਗਰ ਕੋਈ ਗਿਣ ਲਵੇ ਸਮਾਧੀ ਵਿੱਚ ਜਾ ਕੇ, ਸ਼ਿਵ ਜੀ ਵਰਗੀ ਸਮਾਧੀ ਵਿੱਚ ਜਾ ਕੇ, ਸੂਰਜ ਦੀਆਂ ਕਿਰਨਾਂ, ਚੰਦਰਮਾ ਦੀਆਂ ਕਿਰਨਾਂ, ਸਾਗਰ ਦੀਆਂ ਲਹਿਰਾਂ, ਗੰਗਾ ਦੀਆਂ ਲਹਿਰਾਂ ਦੀ ਵੀ ਅਗਰ ਕੋਈ ਗਿਣਤੀ ਹੋ ਸਕਦਾ ਕਰ ਲਵੇ, ਕਹਿੰਦੇ ਹੋ ਸਕਦਾ ਸ਼ਿਵ ਜੀ ਵਰਗੀ ਸਮਾਧੀ 'ਚ ਜਾ ਕੇ ਗੁਰੂ ਦੀ ਸਿੱਖਿਆ ਦੇ ਨਾਲ ਕੋਈ ਇਹਨਾਂ ਚੀਜ਼ਾਂ ਦੀ ਗਿਣਤੀ ਕਰ ਵੀ ਲਵੇ। ਪਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ, ਤੁਹਾਡੇ ਗੁਣ ਜਿਹੜੇ ਨੇ ਉਹ ਨਹੀਂ ਕੋਈ ਦੱਸ ਸਕਦਾ ਤੁਹਾਡੇ ਕਿੰਨੇ ਗੁਣ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਮਨ ਆਵੇ। ਭੱਲਿਆਂ ਦੀ ਕੁੱਲ ਵਿੱਚ ਪ੍ਰਕਾਸ਼ਮਾਨ ਹੋਏ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ, ਤੁਹਾਡੀ ਉਪਮਾ, ਤੁਹਾਡੀਆਂ ਵਡਿਆਈਆਂ ਤਾਂ ਤੁਸੀਂ ਹੀ ਜਾਣ ਸਕਦੇ ਹੋ, ਕੋਈ ਨਹੀਂ ਤੁਹਾਡੇ ਗੁਣ ਗਾ ਸਕਦਾ। ਇਹੋ ਜਿਹੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਜੀ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਆਗਮਨ ਪ੍ਰਕਾਸ਼ ਬਾਸਰਕੇ ਦੀ ਧਰਤੀ ਤੇ ਉੱਤੇ ਹੋਇਆ। ਪਿਤਾ ਤੇਜਭਾਨ ਜੀ, ਮਾਤਾ ਲక్ష్ਮੀ ਦੇਵੀ ਜੀ। ਸੋ ਪਿਤਾ ਜੀ ਕਿਸਾਨੀ ਦੀ ਕਿਰਤ ਵੀ ਕਰਦੇ ਸਨ, ਥੋੜੀ ਜਿਹੀ ਜ਼ਮੀਨ ਸੀ, ਤੇ ਨਾਲ ਨਾਲ ਫਿਰ ਬਿਜ਼ਨਸ, ਟ੍ਰੇਡਿੰਗ, ਵਪਾਰ ਵੀ ਕਰਦੇ ਸਨ। ਘੋੜੀ ਦੇ ਉੱਤੇ ਸਵਾਰ ਹੋ ਕੇ ਨਾ ਕੱਪੜੇ ਵੇਚਣ ਜਾਇਆ ਕਰਦੇ ਸਨ ਪਿੰਡ ਪਿੰਡ ਵਿੱਚ। ਹਿੰਦੂ ਮਤ ਨੂੰ ਮੰਨਣ ਵਾਲੇ ਸਨ ਮਾਤਾ ਪਿਤਾ ਜੀ, ਬੜੇ ਨੇਕ, ਇਮਾਨਦਾਰ, ਬੰਦਗੀ ਕਰਨ ਵਾਲੇ, ਬਿਲਕੁਲ ਸੁੱਚੀਆਂ ਕਿਰਤ ਕਮਾਈਆਂ ਕਰਨ ਵਾਲੇ, ਸੱਚਾ ਸੁੱਚਾ ਜੀਵਨ। ਸੋ ਬਾਬਾ ਅਮਰਦਾਸ ਜੀ ਨੂੰ ਵੀ ਆਪਣੇ ਮਾਤਾ ਪਿਤਾ ਜੀ ਇਹੋ ਜਿਹੀ ਸਿੱਖਿਆ ਮਿਲੀ। ਤਾਂ ਉਸੇ ਤਰ੍ਹਾਂ ਪਿਤਾ ਜੀ ਦੇ ਨਾਲ ਦੁਕਾਨਦਾਰੀ ਵੀ ਕਰਦੇ ਨੇ, ਕਿਰਤ ਕਮਾਈਆਂ ਕਰਦੇ ਨੇ। ਵਿਆਹ ਹੋ ਗਿਆ ਮਾਤਾ ਮਨਸਾ ਦੇਵੀ ਜੀ ਦੇ ਨਾਲ, 4 ਸੰਤਾਨ ਬੱਚਿਆਂ ਦਾ ਆਗਮਨ ਹੋਇਆ। ਤੋ 2 ਪੁੱਤਰ ਤੇ 2 ਪੁੱਤਰੀਆਂ। ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ। ਤੇ ਜਦੋਂ ਹੁਣ ਉਮਰ ਥੋੜੀ ਜਿਹੜੀ ਹੈ ਸਰੀਰ ਦੀ ਢਲ ਰਹੀ ਹੈ, ਬੰਦਾ ਉਦੋਂ ਆਮ ਸੋਚਣ ਲੱਗ ਜਾਂਦਾ ਵੀ ਚਲੋ ਹੁਣ ਥੋੜਾ ਅਸੀਂ ਧਰਮ ਵੱਲ ਨੂੰ ਜ਼ਿਆਦਾ ਧਿਆਨ ਦੇਈਏ। ਇਵੇਂ ਹੀ ਬਾਬਾ ਅਮਰਦਾਸ ਜੀ ਵੀ ਸੋ ਆਪਣੀ ਜਿਵੇਂ ਹਿੰਦੂ ਰਹੁ ਰੀਤਾਂ ਅਨੁਸਾਰ ਕਿ 42 ਕੁ ਸਾਲਾਂ ਦੀ ਉਮਰ ਦੇ ਵਿੱਚ ਤੀਰਥਾਂ ਤੇ ਜਾਣਾ ਸ਼ੁਰੂ ਕਰ ਦਿੱਤਾ। ਹਰਿਦੁਆਰ ਜਾਇਆ ਕਰਦੇ ਸਨ। ਜੋ ਹਿੰਦੂ ਮਤ ਸੀਗਾ ਕਿ ਤੀਰਥਾਂ ਤੇ ਜਾਓ, ਇਸ਼ਨਾਨ ਕਰੋ, ਕੀਤੇ ਪਾਪ ਜਿਹੜੇ ਨੇ ਧੋਤੇ ਜਾਂਦੇ ਨੇ, ਮਨ ਸ਼ੁੱਧ ਹੁੰਦਾ ਹੈ, ਇਹ ਵੀ ਉਸੇ ਮਰਿਆਦਾ ਦੇ ਨਾਲ ਜਾ ਰਹੇ ਸਨ। ਮੰਤਰਾਂ ਦਾ ਜਾਪ ਕਰਨਾ, ਸਾਰਾ ਜਿਵੇਂ ਹਿੰਦੂ ਰਹੁ ਰੀਤਾਂ ਦੇ ਅਨੁਸਾਰ ਜਾਂਦੇ ਰਹੇ ਲਗਾਤਾਰ ਤੀਰਥਾਂ ਦੇ ਉੱਤੇ, ਆਪਣੀ ਕਿਰਤ ਵੀ ਕਰਦੇ ਰਹੇ, ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਦੇ ਰਹੇ। ਤੋ ਕਰਦਿਆਂ ਹੁਣ 60 ਸਾਲ ਤੋਂ ਵੀ ਉਮਰ ਜਿਹੜੀ ਵਧੇਰੀ ਹੋ ਗਈ, ਪਰ ਉਹ ਜਿਸ ਸੱਚ ਦੀ ਤਲਾਸ਼ ਸੀ ਵੀ ਮਨ ਨਿਰਮਲ ਹੋ ਜਾਏਗਾ ਤੇ ਅੰਦਰ ਉਹ ਸੱਚ ਜਿਹੜਾ ਪ੍ਰਗਟ ਹੋ ਜਾਏਗਾ, ਹਲੇ ਉਹ ਅਵਸਥਾ ਨਹੀਂ ਬਣੀ। ਲੇਕਿਨ ਨੇਕ ਜੀਵਨ ਹੈ, ਆਪਣਾ ਜਾ ਰਹੇ ਨੇ ਆਪਣੇ ਅਕੀਦੇ ਅਨੁਸਾਰ। ਉੱਥੇ ਕਹਿੰਦੇ ਨੇ ਇੱਕ ਵਾਰ
ਬਾਬਾ ਜੀ ਨੂੰ ਪੰਡਿਤ ਦੁਰਗੋ ਵੀ ਮਿਲਿਆ ਸੀ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ। ਉਹਨਾਂ ਨੇ ਸਤਿਗੁਰਾਂ ਦੇ ਚਰਨ ਵਿੱਚ ਨਿਸ਼ਾਨ ਦੇਖਿਆ ਸੀ, ਤੇ ਉਹ ਪਦਮ ਦਾ ਨਿਸ਼ਾਨ ਸੀ। ਉਹ ਦੇਖ ਕੇ ਕਿਹਾ ਸੀ ਕਿ ਹਾਲੇ ਤਾਂ ਸਿੱਖ ਵੀ ਨਹੀਂ ਸੀ ਹੋਏ ਬਾਬਾ ਅਮਰਦਾਸ ਜੀ, ਇੱਕ ਤਲਾਸ਼ ਵਿੱਚ ਨੇ, ਸੱਚ ਦੀ ਤਲਾਸ਼ ਦੇ ਵਿੱਚ ਨੇ, ਤੀਰਥਾਂ ਦੀ ਯਾਤਰਾ ਕਰਨ ਵਾਲੇ ਨੇ, ਨੇਕ ਜੀਵਨ ਜੀਣ ਵਾਲੇ ਨੇ। ਤਾਂ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ, ਬਾਬਾ ਅਮਰਦਾਸ ਜੀ ਨੂੰ, ਵੀ ਤੁਹਾਡੇ ਚਰਨਾਂ ਵਿੱਚ ਜਿਹੜਾ ਨਿਸ਼ਾਨ ਹੈ ਨਾ, ਪਦਮ ਦਾ ਨਿਸ਼ਾਨ, ਇਹ ਜਾਂ ਤਾਂ ਤੁਸੀਂ ਚੱਕਰਵਰਤੀ ਸਮਰਾਟ ਬਣੋਗੇ, ਤੇ ਜਾਂ ਫਿਰ ਤੁਸੀਂ ਬਹੁਤ ਵੱਡੇ ਮਹਾਂਪੁਰਖ ਹੋਵੋਗੇ। ਮਤਲਬ ਸਾਰੇ ਜਿਹੜੇ ਤੁਹਾਡੇ ਅੱਗੇ ਝੁਕਣਗੇ, ਤੁਸੀਂ ਇਹੋ ਜਿਹੀ ਸਟੇਜ ਦੇ ਉੱਤੇ ਪਹੁੰਚੋਗੇ। ਤਾਂ ਬਾਬਾ ਅਮਰਦਾਸ ਜੀ ਨੇ ਕਿਹਾ, ਹਾਲੇ ਤਾਂ ਮੈਂ ਮਤਲਬ ਸਧਾਰਨ ਕਿਰਤੀ ਆ, ਆਪਣੀ ਕਿਰਤ ਕਮਾਈਆਂ ਕਰਨ ਵਾਲਾ, ਤੇ ਮੁਸਕਰਾਏ ਨੇ। ਤੇ ਉਹਨਾਂ ਨੇ, ਪੰਡਿਤ ਦੁਰਗੋ ਨੇ ਕਿਹਾ ਸੀ, ਮੇਰੇ ਬਚਨ ਸੱਤ ਜ਼ਰੂਰ ਹੋਣਗੇ। ਸੋ ਇੱਕ ਮਰਿਆਦਾ ਆ ਵੀ ਜਦੋਂ ਵੀ ਕੋਈ ਤੁਹਾਨੂੰ ਕੁਛ ਦਿੰਦਾ ਤਾਂ ਤੁਸੀਂ ਵੀ ਉਹਨੂੰ ਦੇਣਾ ਹੁੰਦਾ। ਜੇ ਪੰਡਿਤ ਜੋਤਸ਼ੀ ਨੇ ਤੁਹਾਨੂੰ ਆਪਣਾ ਗਿਆਨ ਦੱਸਿਆ, ਉਹ ਪੰਡਿਤ ਸੀ ਸੰਤ ਦੁਰਗੋ ਜੀ, ਤਾਂ ਫਿਰ ਜਿਹੜਾ ਅੱਗਿਓਂ ਜਿਹਨੂੰ ਦੱਸਿਆ ਜਾਂਦਾ, ਉਹ ਵੀ ਕੁਛ ਨਾ ਕੁਛ ਭੇਟਾ ਕਰਦਾ। ਤੇ ਬਾਬਾ ਅਮਰਦਾਸ ਜੀ ਨੇ ਕੁਛ ਪੈਸੇ ਦੇਣੇ ਚਾਹੇ ਵੀ ਤੁਸੀਂ ਆਪਣਾ ਨੌਲੇਜ ਸ਼ੇਅਰ ਕੀਤੀ ਆ। ਉਹਨਾਂ ਨੇ ਕਿਹਾ, ਨਹੀਂ, ਮੈਂ ਅੱਜ ਨਹੀਂ ਲੈਣੇ, ਲੈਣੇ ਮੈਂ ਜ਼ਰੂਰ ਆ ਇਹ, ਅੱਜ ਨਹੀਂ ਮੈਂ ਲੈਣੇ। ਜਦੋਂ ਤੁਸੀਂ ਇਹ ਬਣ ਜਾਓਗੇ ਨਾ, ਇਸ ਸਥਾਨ ਦੇ ਉੱਤੇ ਪਹੁੰਚੋਗੇ, ਉਦੋਂ ਮੈਂ ਖੁਦ ਚੱਲ ਕੇ ਆਵਾਂਗਾ, ਉਦੋਂ ਫਿਰ ਮੇਰੀ ਮਨ ਇੱਛਤ ਫਲ ਮੈਨੂੰ ਤੁਸੀਂ ਦਿਓ। ਸੋ ਵਾਅਦਾ ਹੋ ਗਿਆ। ਪੰਡਤ ਜੀ ਨੇ ਕਿਹਾ ਵੀ ਉਹ ਕਰਿਓ। ਮਹਾਰਾਜ ਜੀ ਮੁਸਕਰਾਉਂਦੇ ਰਹੇ। ਇਵੇਂ ਹੀ 62 ਸਾਲ ਦੀ ਉਮਰ ਹੋ ਗਈ ਹੈ, ਤੀਰਥਾਂ ਤੇ ਜਾਂਦਿਆਂ ਜਾਂਦਿਆਂ ਇੱਕ ਸੰਨਿਆਸੀ ਵੀ ਮਿਲਿਆ, ਤੇ ਆਪਸ ਵਿੱਚ ਸਾਂਝ ਹੋਈ, ਬੜਾ ਰੂਹਾਨੀਅਤ ਦੀਆਂ ਗੱਲਾਂ ਹੋਈਆਂ। ਉਹਨੇ ਪੁੱਛਿਆ ਬਾਬਾ ਅਮਰਦਾਸ ਜੀ ਨੂੰ, ਵੀ ਤੁਹਾਡਾ ਨੇਕ ਬੜਾ ਜੀਵਨ ਹੈ, ਬੜਾ ਲਗਨ ਵੀ ਲੱਗੀ ਹੋਈ ਪਰਮਾਤਮਾ ਦੀ ਬੜੀ ਤੁਹਾਨੂੰ, ਤੇ ਤੁਹਾਡਾ ਗੁਰੂ ਕੌਣ ਹੈ? ਬਾਬਾ ਅਮਰਦਾਸ ਜੀ ਨੇ ਕਿਹਾ, ਗੁਰੂ ਮੇਰਾ ਤਾਂ ਕੋਈ ਗੁਰੂ ਨਹੀਂ ਹੈ। ਜਦੋਂ ਇੰਨੀ ਗੱਲ ਕਹੀ ਤਾਂ ਉਸ ਸੰਨਿਆਸੀ ਰੋਹ ਵਿੱਚ ਆ ਗਿਆ। ਉਹਨੇ ਕਿਹਾ, ਮੈਂ ਤੁਹਾਡੇ ਨਾਲ ਬੈਠ ਕੇ ਪ੍ਰਸ਼ਾਦਾ ਛਕਿਆ, ਸੋ ਮੇਰਾ ਤਾਂ ਜਨਮ ਹੀ ਭ੍ਰਸ਼ਟ ਹੋ ਗਿਆ, ਗੁਰੂ ਦੇ ਹੱਥੋਂ ਮੈਂ ਪ੍ਰਸ਼ਾਦਾ ਛਕ ਲਿਆ। ਸੋ ਆਪ ਵੀ ਮਹਾਰਾਜ ਨੇ ਬਾਣੀ ਵਿੱਚ ਦਾ ਜ਼ਿਕਰ ਕੀਤਾ ਵੀ ਗੁਰੂ ਤੋਂ ਬਿਨਾ ਜਿਹੜਾ ਹੈ ਉਹ ਗੱਲ ਨਹੀਂ ਬਣਦੀ। ਸਤਿਗੁਰ ਬਾਝੋਂ ਗੁਰੂ ਨਹੀਂ ਕੋਏ, ਨਿਗੋਰੇ ਕਾ ਨਾਉ ਬੁਰਾ। ਮਹਾਰਾਜ ਨੇ ਖੁਦ ਵੀ ਕਹਿਤਾ, ਨਿਗੋਰੇ ਦਾ ਤਾਂ ਨਾਂ ਹੀ ਬੁਰਾ, ਜਿਹਦਾ ਕੋਈ ਗੁਰੂ ਹੀ ਨਹੀਂ ਹੈ, ਜਿਹਨੂੰ ਸੱਚ ਦਾ ਗਿਆਨ ਦੇਣ ਵਾਲਾ ਹੀ ਨਹੀਂ ਕੋਈ ਹੈਗਾ। ਸੋ ਉੱਥੋਂ ਫਿਰ ਜਦੋਂ ਘਰ ਪਹੁੰਚੇ, ਹੁਣ ਅੰਦਰ ਬੜੀ ਸੱਟ ਲੱਗੀ ਹੋ ਵੀ ਮੇਰਾ ਗੁਰੂ ਹੀ ਨਹੀਂ ਆ, 62 ਸਾਲਾਂ ਦੀ ਉਮਰ ਹੋ ਗਈ, ਐਵੇਂ ਹੀ ਜੀਵਨ ਮੇਰਾ ਵਿਅਰਥ ਜਾ ਰਿਹਾ ਹੈ। ਤੋ ਫਿਰ ਅੰਮ੍ਰਿਤ ਵੇਲੇ ਉੱਠਦੇ ਨੇ, ਆਪਣੇ ਘਰ ਵਿੱਚ ਕੀ ਦੇਖਦੇ ਨੇ ਕਿ ਅੰਮ੍ਰਿਤ ਵੇਲੇ ਵਿੱਚ ਕੰਨਾਂ ਦੇ ਵਿੱਚ ਬੜੀ ਮਧੁਰ ਮਿੱਠੀ ਬਾਣੀ ਦੀ ਆਵਾਜ਼ ਪਈ। ਖਿੱਚੇ ਚਲੇ ਗਏ, ਬੜਾ ਅੰਦਰ ਉਹ ਖਿੱਚ ਪੈ ਰਹੀ ਉਸ ਬਾਣੀ ਦੇ ਵਿੱਚ। ਜਾ ਕੇ ਕੀ ਦੇਖਦੇ ਨੇ ਕਿ ਇਹਨਾਂ ਦੇ ਭਤੀਜੇ ਦੀ ਪਤਨੀ, ਭਰਾ ਦੇ ਜਿਹੜਾ ਪੁੱਤਰ ਹੈ, ਉਹਦੀ ਪਤਨੀ, ਉਹ ਦੁੱਧ ਰਿੜਕ ਰਹੀ ਹੈ ਮਧਾਣੀ ਦੇ ਨਾਲ, ਤੇ ਉਹ ਗਾਇਨ ਕੁਛ ਕਰ ਰਹੀ ਹੈ। ਕੋਲ ਪਹੁੰਚੇ, ਪੁੱਛਿਆ ਜਾ ਕੇ, ਪੁੱਤਰ ਇਹ ਕੀ ਗਾ ਰਹੀ ਹੈ? ਉਹ ਗਾ ਰਹੇ ਨੇ, ਬੀਬੀ ਅਮਰੋ ਜੀ ਨੇ, ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੁਪੁੱਤਰੀ ਨੇ। ਉਹ ਗਾ ਰਹੇ ਨੇ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨ ਲਾਗੀ ਪਾਰ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਨ ਘੋਰ ਅੰਧਾਰ। ਪਹਿਲਾਂ ਹੀ ਅੰਦਰ ਸੱਟ ਲੱਗੀ ਹੋਵੇ ਨਗੋਰੇ ਦਾ, ਤੂੰ ਨਗੋਰਾ ਆ, ਤੇ ਹੁਣ ਇਧਰੋਂ ਵੀ ਬੀਬੀ ਜੀ ਜੋ ਗਾਇਨ ਕਰ ਰਹੇ ਨੇ, ਗੁਰੂ ਦੀ ਮਹਿਮਾ ਗਾ ਰਹੇ ਨੇ। ਤਾਂ ਜਾ ਕੇ ਪੁੱਛਿਆ ਵੀ, ਪੁੱਤਰ ਕੀ ਗਾ ਰਹੀ ਹੈ ਤੂੰ? ਉਹਨਾਂ ਨੇ ਕਿਹਾ ਵੀ, ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ, ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਗਾ ਰਹੇ ਆ। ਸੋ ਸਾਰ ਪੁੱਛਿਆ, ਫਿਰ ਕੌਣ ਗੁਰੂ ਨਾਨਕ, ਕਿੱਥੇ ਮਿਲੇਗਾ? ਦੱਸਿਆ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤਾਂ ਆਪਣਾ ਚੋਲਾ ਜਿਹੜਾ ਆ ਉਹ ਤਿਆਗ ਦਿੱਤਾ, ਲੇਕਿਨ ਉਹਨਾਂ ਦੀ ਜੋਤ ਜਿਹੜੀ ਹੈ ਉਹ ਪਿਤਾ ਸਤਿਗੁਰੂ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਿੱਚ ਹੈ। ਤੇ ਕਿਹਾ, ਪੁੱਤਰ ਸਾਨੂੰ ਲੈ ਕੇ ਚਲੋ। ਸੋ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੂੰ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਪਹੁੰਚੇ। ਹੁਣ ਰਿਸ਼ਤੇ ਵਿੱਚ ਕੁੜਮ ਲੱਗਦੇ ਨੇ, ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਕੁੜਮ ਲੱਗਦੇ ਨੇ। ਸੋ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਉਸੇ ਤਰ੍ਹਾਂ ਮਰਿਆਦਾ ਨਿਭਾਉਣ ਲਈ ਉੱਠਦੇ ਨੇ ਵੀ ਸਾਡੀ ਬੇਟੀ ਇਹਨਾਂ ਦੇ ਘਰ ਵਿਆਹੀ ਹੋਈ ਹੈ, ਤੇ ਸਾਡਾ ਸਮਾਜ ਦੀ, ਸੁਸਾਇਟੀ ਦੇ ਇੱਕ ਇਹੋ ਜਿਹੇ ਵੀ ਰੀਤ ਆ ਵੀ ਲੜਕੇ ਵਾਲਿਆਂ ਦਾ ਲੜਕੀ ਵਾਲੇ ਸਤਿਕਾਰ ਕਰਦੇ ਨੇ। ਤੇ ਉਹ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਤਿਕਾਰ ਲਈ ਉੱਠੇ, ਲੇਕਿਨ ਬਾਬਾ ਅਮਰਦਾਸ ਜੀ ਮਹਾਰਾਜ ਜੀ ਚਰਨਾਂ ਵਿੱਚ ਡਿੱਗ ਪਏ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ, ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਮੈਂ ਤਾਂ ਤੁਹਾਡੇ ਚਰਨਾਂ ਦਾ ਸੇਵਕ ਬਣ ਕੇ ਆਇਆ। ਸੋ ਜਿਉਂ ਧੰਨ ਸ਼੍ਰੀ ਬਾਬਾ ਅਮਰਦਾਸ ਜੀ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦੇ ਮਹਾਰਾਜ ਦੇ ਚਰਨਾਂ ਵਿੱਚ ਝੁਕੇ ਨੇ, ਚਰਨਾਂ ਦੇ ਉੱਤੇ ਮੱਥਾ ਟੇਕਿਆ, ਸਪਰਸ਼ ਕੀਤਾ, ਇੰਨੀ ਠੰਡ ਮਿਲੀ
ਪਤਾ ਅੰਦਰੋਂ ਸਮਝ ਲੱਗ ਗਈ ਵੀ ਮੈਨੂੰ ਅਸਲੀ ਟਿਕਾਣਾ ਮਿਲ ਗਿਆ। ਹੁਣ ਇਸੇ ਗੁਰੂ ਦੀ ਚਾਕਰੀ ਕਰਨੀ, ਇਸੇ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਜਿਹੜੀ ਸੱਚ ਦੀ ਪ੍ਰਾਪਤੀ ਕਰਨੀ ਹੈ। ਫਿਰ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਵਿੱਚ ਆ ਗਏ ਨੇ। ਇੰਨੀ ਪ੍ਰੇਮ ਦੇ ਨਾਲ ਸੇਵਾ ਕੀਤੀ, ਇੰਨੀ ਭਾਵਨਾ ਦੇ ਨਾਲ ਸੇਵਾ ਕੀਤੀ। ਸਤਿਗੁਰਾਂ ਨੇ ਆਪ ਵੀ ਬਚਨ ਕਿਹਾ ਵੀ ਸੇਵਾ ਜਿਹੜੀ ਉਹ ਚਿੱਤ ਲਾ ਕੇ ਹੀ ਕਰਨੀ ਚਾਹੀਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਚਿੱਤ ਲਾ ਕੇ ਕਰੇ ਉਹ ਸਫਲੀ ਹੋ ਜਾਂਦੀ ਸੇਵਾ। ਤੋ ਧੰਨ ਬਾਬਾ ਅਮਰਦਾਸ ਜੀ ਮਹਾਰਾਜ ਜੀ ਚਿੱਤ ਲਾ ਕੇ ਸੇਵਾ ਕਰ ਨੇ, ਅਣਥੱਕ ਸੇਵਾ ਹਰ ਤਰ੍ਹਾਂ ਦੀ। ਔਰ ਇੱਕ ਪ੍ਰਮੁੱਖ ਸੇਵਾ ਕਿ ਜਲ ਜਿਹੜਾ ਆ ਸਤਿਗੁਰਾਂ ਦੇ ਇਸ਼ਨਾਨ ਕਰਨ ਦੇ ਲਈ ਖੁਦ ਬਿਆਸਾਂ ਤੋਂ ਭਰ ਕੇ ਰੋਜ਼ ਲੈ ਕੇ ਆਉਂਦੇ ਨੇ। ਤਾਂ ਇਤਿਹਾਸ ਵਿੱਚ ਬੜਾ ਇਹ ਚੀਜ਼ ਮਸ਼ਹੂਰ ਹੈ ਕਿ 12 ਸਾਲ ਗਾਗਰ ਢੋਈ, ਗਾਗਰ ਵਿੱਚ ਪਾਣੀ ਲੈ ਲੈ ਕੇ ਆਉਂਦੇ ਨੇ ਬਿਆਸਾਂ ਤੋਂ। ਹਰ ਵੇਲੇ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਹਰ ਤਰ੍ਹਾਂ ਦੀ ਸੇਵਾ ਕਰਦੇ ਨੇ। ਤਾਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਵੀ ਦ੍ਰਿਸ਼ਟੀ ਹੈ ਆਪਣੇ ਸੇਵਕ ਦੇ ਉੱਤੇ, ਸਿੱਖ ਦੇ ਉੱਤੇ, ਕਿਵੇਂ ਪ੍ਰੇਮ ਦੇ ਨਾਲ, ਲਗਨ ਦੇ ਨਾਲ ਸੇਵਾ ਕਰ ਰਹੇ ਨੇ। ਕਰਦਿਆਂ ਕਰਦਿਆਂ 12 ਵਰੇ ਬੀਤ ਗਏ ਨੇ। ਹਰ ਵੇਲੇ ਅੰਤਰਾਤਮੇ ਗੁਰੂ ਦਾ ਧਿਆਨ ਹੈ। ਪਰਮਾਤਮਾ ਸਮਝ ਕੇ, ਪਰਮੇਸ਼ਵਰ ਸਮਝ ਕੇ ਆਪਣੇ ਗੁਰੂ ਦੀ ਪੂਜਾ ਕਰ ਰਹੇ ਨੇ, ਆਰਾਧਨਾ ਕਰ ਰਹੇ ਨੇ। 12 ਸਾਲ ਬੀਤ ਗਏ ਸੇਵਾ ਕਰਦਿਆਂ ਕਰਦਿਆਂ। ਅੱਜ ਵੀ ਜਿਹੜਾ ਹੈ ਅੰਮ੍ਰਿਤ ਵੇਲੇ ਜਲ ਲੈ ਕੇ ਜਦੋਂ ਬਿਆਸਾਂ ਤੋਂ ਭਰ ਕੇ ਵਾਪਸ ਆ ਰਹੇ ਨੇ, ਤਾਂ ਮੌਸਮ ਖਰਾਬ ਹੈ, ਬਾਰਿਸ਼ ਵੀ ਹੋ ਰਹੀ ਹੈ, ਤਾਂ ਤਿਲਕਣ ਵੀ ਹੈ, ਹਨੇਰੀ ਵੀ ਹੈ। ਸੋ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਲੇਕਿਨ ਲੈ ਕੇ ਆ ਰਹੇ ਨੇ ਗਾਗਰ ਪਾਣੀ ਦੀ ਭਰ ਕੇ ਵੀ ਸਤਿਗੁਰਾਂ ਨੇ ਇਸ਼ਨਾਨ ਕਰਨਾ ਹੈ। ਉਹ ਪੈਰ ਤਿਲਕ ਗਿਆ। ਉਹ ਜਿੱਥੇ ਪੈਰ ਤਿਲਕਿਆ ਤਾਂ ਉਹ ਆਪ ਗਿਰੇ ਨੇ। ਕਹਿੰਦੇ ਨੇ ਲੇਕਿਨ ਗਾਗਰ ਸੰਭਾਲ ਕੇ ਰੱਖੀ ਵੀ ਸਤਿਗੁਰਾਂ ਦੀ ਜੋ ਜਲ ਲੈ ਕੇ ਆਏ ਨਾ, ਸੇਵਾ ਜਿਹੜੀ ਉਹ ਪੂਰੀ ਹੋਣੀ ਚਾਹੀਦੀ ਹੈ। ਪੈਰ ਤਿਲਕਿਆ, ਗਿਰੇ ਨੇ, ਖੜਾਕਾ ਹੋਇਆ, ਆਵਾਜ਼ ਹੋਈ ਹੈ। ਤਾਂ ਕਹਿੰਦੇ ਨੇ ਕੋਈ ਜੁਲਾਹੀ ਉੱਥੇ ਰਹਿੰਦੇ ਸਨ, ਤੇ ਉਹਨਾਂ ਦੀ ਖੱਡੀ ਦੇ ਵਿੱਚ ਸਤਿਗੁਰਾਂ ਦਾ ਚਰਨ ਜਿਹੜਾ ਅਟਕਿਆ, ਉਹਦੇ ਵਿੱਚ ਵੱਜ ਕੇ ਡਿੱਗੇ ਨੇ। ਖੜਾਕਾ ਹੋਇਆ ਤੇ ਉਹ ਜੁਲਾਹਾ ਆਪਣੀ ਘਰਵਾਲੀ ਨੂੰ ਕਹਿੰਦਾ ਵੀ ਪਤਾ ਨਹੀਂ ਕੀ ਖੜਾਕਾ ਹੋਇਆ, ਮੈਂ ਦੇਖਾਂ ਉੱਠ ਕੇ। ਉਹ ਕਹਿੰਦੀ ਪਏ ਰਹੋ ਚੁੱਪ ਕਰਕੇ। ਜੁਲਾਹੀ ਕਹਿੰਦੀ ਆ ਉਹਦੀ ਘਰਵਾਲੀ, ਕੋਈ ਖੜਾਕਾ ਨਹੀਂ ਹੋਇਆ, ਇੱਥੇ ਹੋਰ ਕੌਣ ਹੋਣਾ ਆ, ਅਮਰੂ ਨਿਥਾਵਾਂ ਹੋਣਾ ਹੈ। ਸੋ ਜਦੋਂ ਇਹ ਬਚਨ ਕਹੇ ਨੇ, ਉਹ ਬੀਬੀ ਬੋਲੀ ਹੈ ਜੁਲਾਹੀ, ਬਾਬਾ ਅਮਰਦਾਸ ਜੀ ਮਹਾਰਾਜ ਜੀ ਜਿਨ੍ਹਾਂ ਨੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਥਾਂ ਮਿਲਿਆ ਹੋਇਆ, ਕਿਹਾ ਚੱਲੀਏ ਮੈਂ ਕਿੱਥੇ ਨਿਥਾਵਾਂ, ਮੈਨੂੰ ਤਾਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਥਾਂ ਮਿਲੀ ਹੋਈ ਹੈ। ਉਹ ਆਪ ਸਹਿਜ ਸੁਭਾਅ ਬਚਨ ਕਰਕੇ ਚਲੇ ਗਏ। ਉਹ ਬੀਬੀ ਸੱਚੀ ਚੱਲੀ ਹੋ ਗਈ ਉਹ ਜੁਲਾਹੀ। ਕੋਈ ਭਗਤ ਮੁਖਤ ਬੋਲਦੇ ਸੋ ਬਚਨ ਹੋ ਬੰਦੇ। ਸੋ ਜਦੋਂ ਹੁਣ ਗੁਰੂ ਕੇ ਭਗਤ ਨੇ ਬਚਨ ਕਰ ਦਿੱਤਾ, ਉਹ ਸਹਿਜ ਸੁਭਾਏ ਤੋਂ ਝੱਲੀ ਹੋ ਗਈ। ਬਾਬਾ ਅਮਰਦਾਸ ਜੀ ਜਲ ਲੈ ਕੇ ਪਹੁੰਚੇ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਸ਼ਨਾਨ ਕੀਤਾ। ਤਾਂ ਹੁਣ ਉਹ ਜੁਲਾਹਾ ਵੀ ਆਪਣੀ ਪਤਨੀ ਨੂੰ ਲੈ ਕੇ ਆ ਗਿਆ ਕਿ ਮਹਾਰਾਜ ਜੀ ਇਹ ਤਾਂ ਤੁਹਾਡੇ ਸਿੱਖ ਨੇ ਵਚਨ ਕਰ ਦਿੱਤਾ, ਤੇ ਇਹਨੇ ਤਾਂ ਸਹਿਜ ਸੁਭਾਏ ਕਿਹਾ ਸੀ, ਸਿੱਖ ਨੇ ਵੀ ਸਹਿਜ ਸੁਭਾਏ ਕਹਿ ਦਿੱਤਾ ਵੀ ਇਹ ਤਾਂ ਮਹਾਰਾਜ ਜੀ ਝੱਲੀ ਹੋ ਗਈ। ਤੇ ਧੰਨ ਸ੍ਰੀ ਕਹਿੰਦੇ ਮਹਾਰਾਜ ਜੀ ਠੀਕ ਕਰੋ ਸਾ ਮੇਰੀ ਪਤਨੀ ਨੂੰ। ਤਾਂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਸ਼ਾਰਾ ਕੀਤਾ ਵੀ ਜਿਨ੍ਹਾਂ ਦੇ ਵਚਨ ਨੇ ਇਹ ਤਾਂ ਉਹੀ ਠੀਕ ਕਰ ਸਕਦੇ ਨੇ। ਗੁਰੂ ਕਹਿੰਦਾ ਮੇਰੇ ਭਗਤ ਤੋਂ ਜ਼ਿਆਦਾ ਮੇਰੇ ਵਿੱਚ ਤਾਕਤ ਨਹੀਂ। ਪਰਮਾਤਮਾ ਵੀ ਇਵੇਂ ਕਹਿੰਦਾ। ਇੰਨਾ ਮਾਣ ਵਡਿਆਈਆਂ ਪਰਮਾਤਮਾ ਗੁਰੂ ਆਪਣੇ ਸਿੱਖਾਂ ਨੂੰ ਦੇ ਦਿੰਦੇ ਨੇ। ਤੇ ਅਗਰ ਕੋਈ ਸਿੱਖ ਵਚਨ ਕਰ ਦੇਵੇ, ਭਗਤ ਵਚਨ ਕਰ ਦੇਵੇ, ਗੁਰੂ ਕਹਿੰਦਾ ਉਹਨੂੰ ਨਹੀਂ ਟਾਲਦੇ ਅਸੀਂ। ਗੁਰੂ ਵਚਨ ਕਰ ਦੇਵੇ ਸਿੱਖ ਉਹਨੂੰ, ਮਤਲਬ ਉਹਨੂੰ ਬਦਲ ਸਕਦਾ, ਸਿੱਖ ਨੂੰ ਇੰਨੀਆਂ ਵਡਿਆਈਆਂ ਦਿੰਦੇ ਨੇ। ਤਾਂ ਮਹਾਰਾਜ ਨੇ ਕਿਹਾ ਨਹੀਂ ਭਾਈ ਅਸੀਂ ਨਹੀਂ, ਇਹ ਹੁਣ ਉਹੀ ਠੀਕ ਕਰਨਗੇ। ਤਾਂ ਉੱਧਰ ਇਸ਼ਾਰਾ ਵੀ ਹੋ ਗਿਆ। ਤਾਂ ਬਾਬਾ ਅਮਰਦਾਸ ਜੀ ਮਹਾਰਾਜ ਨੇ ਉਹਨੂੰ ਠੀਕ ਵੀ ਕੀਤਾ, ਔਰਤ ਨੂੰ ਉਹਨਾਂ ਨੇ ਭੁੱਲ ਬਖਸ਼ਾਈ ਵੀ। ਮਹਾਰਾਜ ਨੇ ਬਾਬਾ ਅਮਰਦਾਸ ਜੀ ਨੇ ਕਿਹਾ ਸੀ ਮੈਨੂੰ ਤਾਂ ਮੇਰੇ ਗੁਰੂ ਦੇ ਚਰਨਾਂ ਵਿੱਚ ਥਾਂ ਮਿਲਿਆ ਹੋਇਆ, ਵੀ ਮੈਨੂੰ ਨਿਥਾਵਾਂ ਕਹਿਤਾ, ਫਿਰ ਲੱਗਿਆ ਵੀ ਮੇਰੇ ਗੁਰੂ ਲਈ ਵਚਨ ਬੋਲੇ ਨੇ। ਸੋ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਇਹ ਸੇਵਾ, ਅਣਥੱਕ ਸੇਵਾ, ਸੇਵਾ ਨਹੀਂ ਜਿਹੜਾ ਅੰਦਰਲੀ ਸੇਵਾ, ਜਿਹੜੀ ਸੇਵਾ ਗੁਰੂ ਦੇ ਬਚਨ ਕਮਾਣੇ, ਜਿਹੜੀ ਸੇਵਾ ਗੁਰੂ ਨੂੰ ਪ੍ਰੇਮ ਕਰਨਾ, ਜਿਹੜੀ ਸੇਵਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ ਵਾਲੀ ਜਿਹੜੀ ਸੇਵਾ ਬਾਬਾ ਅਮਰਦਾਸ ਜੀ ਮਹਾਰਾਜ ਨੇ ਕੀਤੀ। ਹੁਣ 62 ਸਾਲਾਂ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ ਨੇ ਬਾਬਾ ਅਮਰਦਾਸ ਜੀ। ਹੁਣ 12 ਸਾਲ ਸੇਵਾ ਕਰਦਿਆਂ ਹੋ ਗਿਆ 74 ਸਾਲਾਂ, 73-74 ਸਾਲਾਂ ਦੀ ਉਮਰ ਹੋ ਚੁੱਕੀ ਹੈ। ਇਹ ਬਿਰਧ ਸਰੀਰ ਹੈ, ਆਪਾਂ ਲਾ ਲਓ ਸਾਰੇ ਜਣੇ ਇੰਨੇ ਸਰੀਰਾਂ ਵਾਲੇ ਜਿਨ੍ਹਾਂ ਦੇ ਸਰੀਰ ਹੈ, ਤਾਂ ਕਿੰਨੀ ਕੁ ਐਨਰਜੀ, ਕਿੰਨੀ ਕੁ ਤਾਕਤ ਅੰਦਰ ਹੁੰਦੀ ਹੈ। 62 ਸਾਲਾਂ ਦੀ ਉਮਰ ਵਾਲਾ ਵੀ ਲਾ ਲਓ, ਤਾਂ ਧੰਨ ਬਾਬਾ ਅਮਰਦਾਸ ਜੀ ਕਿਵੇਂ ਗਾਗਰ ਢੋਈ ਹੋਵੇਗੀ, ਕਿਵੇਂ ਅਣਥੱਕ ਸੇਵਾ ਕੀਤੀ ਹੋਵੇਗੀ। ਕਹਿੰਦੇ ਸਨ ਇਹਨਾਂ ਨੂੰ ਕਿਸੇ ਨੇ ਆਰਾਮ ਕਰਦਿਆਂ ਕਦੀ ਦੇਖਿਆ ਹੀ ਨਹੀਂ ਸੀ ਲੇਟ ਕੇ। ਸੋ ਬੈਠ ਕੇ ਹੀ ਦੀਵਾਰ ਦੇ ਨਾਲ ਥੋੜਾ ਜਿਹਾ ਵਿਸ਼ਰਾਮ ਕਰਦੇ ਸਨ, ਫਿਰ ਸੇਵਾ ਦੇ ਵਿੱਚ ਸੇਵਾ ਸਿਮਰਨ ਬੰਦਗੀ, ਸੇਵਾ ਸਿਮਰਨ ਬੰਦਗੀ
ਸੋ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੀ ਸੁਰਤੀ ਗਿਆਨ ਵਿੱਚ ਲੱਗੀ ਹੋ ਨਾ, ਗੁਰੂ ਦੇ ਗਿਆਨ ਵਿੱਚ, ਉਹ ਬੁੱਢੇ ਨਹੀਂ ਹੁੰਦੇ। ਉਹ ਤਾਂ ਹਮੇਸ਼ਾ ਹੀ ਚੜ੍ਹਦੀਆਂ ਕਲਾ ਵਿੱਚ ਹੀ ਰਹਿੰਦੇ ਨੇ। ਸੋ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਣ ਆਪਣੀ ਜਿਹੜੀ ਜੋਤ ਹੈ ਉਹ ਧੰਨ ਬਾਬਾ ਅਮਰਦਾਸ ਜੀ ਵਿੱਚ ਟਿਕਾਈ। ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜਿਹੜਾ ਹੈ, ਗੁਰੂ ਨਾਨਕ ਦੀ ਜੋਤ ਜਿਹੜੀ ਹੈ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵਿੱਚ ਟਿਕੀ। ਤੋ ਸਤਿਗੁਰ ਜੀ ਤਖਤ ਤੇ ਉੱਤੇ ਵਿਰਾਜੇ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਿਠਾਇਆ, ਸੁਸ਼ੋਭਿਤ ਕੀਤਾ, ਔਰ ਖੁਦ ਜਿਹੜਾ ਮੱਥਾ ਟੇਕਿਆ, 3 ਪਰਿਕਰਮਾ ਕੀਤੀਆਂ, ਮਨ ਬਚ ਕਰਮ ਕਰਕੇ ਵੀ ਅੱਜ ਗੁਰੂ ਨੇ, ਗੁਰੂ ਅਮਰਦਾਸ ਜੀ ਮਹਾਰਾਜ ਜੀ, ਤੋ ਨਾਲ ਵਰ ਵੀ ਦਿੱਤੇ ਨੇ, 12 ਵਾਰ ਮਸ਼ਹੂਰ ਨੇ। ਵੈਸੇ ਤਾਂ ਸਾਰਾ ਕੁਛ ਹੀ ਦੇ ਦਿੱਤਾ, ਆਪਣਾ ਆਪ ਹੀ ਗੁਰੂ ਨਾਨਕ ਨੇ ਜਿਹੜਾ ਹੈ ਗੁਰੂ ਅਮਰਦਾਸ ਜੀ ਦੇ ਵਿੱਚ ਟਿਕਾ ਦਿੱਤਾ ਹੈ, ਗੁਰੂ ਅੰਗਦ ਦੇਵ ਜੀ ਨੇ ਜੋਤ। ਪਰ 12 ਵਾਰ ਜਿਹੜੇ ਨੇ ਸਿੱਖ ਧਰਮ ਵਿੱਚ ਆਪਣੇ ਮਸ਼ਹੂਰ ਨੇ। ਕਹਿੰਦੇ ਨੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਥਾਵਿਆਂ ਦੇ ਥਾਮ, ਨਿਲੱਜਿਆਂ ਦੀ ਲੱਜ, ਨਿਪੱਤਿਆਂ ਦੀ ਪੱਤ, ਨਿਗੱਤਿਆਂ ਦੀ ਗੱਤ, ਨਿਧਰਿਆਂ ਦੇ ਧਿਰ, ਨਿਥਹਿਆਂ ਦੀ ਥੱਜ, ਨਿਰਜੋਰਿਆਂ ਦੇ ਜੋਰ, ਪੀਰਾਂ ਦੇ ਪੀਰ ਹੋ ਤੁਸੀਂ। ਇੰਨੀਆਂ ਬਖਸ਼ਿਸ਼ਾਂ, ਇੰਨੀਆਂ ਬਖਸ਼ਿਸ਼ਾਂ ਹੈ। ਬਾਕੀ ਨਿਧੀ ਸਿੱਧੀ ਰਿੱਧੀ ਭਗਤੀ ਸਭ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸੌਂਪਿਆ। ਦੀਨ ਦੁਨੀਆ ਦੇ ਮਾਲਕ ਬਣਾ ਦਿੱਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵਿੱਚ ਜੋਤ ਪ੍ਰਵੇਸ਼ ਕੀਤੀ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਆ ਬਿਰਾਜੇ, ਫਿਰ ਅਹਿਮ ਸੇਵਾਵਾਂ ਹੁਣ ਗੁਰੂ ਰੂਪ ਵਿੱਚ ਹੋ ਕੇ ਸੇਵਾਵਾਂ ਨਿਭਾਈਆਂ। ਪਹਿਲਾਂ ਸੇਵਕ ਰੂਪ ਵਿੱਚ ਸੇਵਾ ਕਰਦੇ ਰਹੇ, ਹੁਣ ਗੁਰੂ ਰੂਪ ਦੇ ਵਿੱਚ। ਤਾਂ ਪਹਿਲਾਂ ਤਾਂ ਜਿਹੜੀ ਪ੍ਰਥਾ ਚੱਲ ਰਹੀ ਸੀ ਨਾ ਵਰਨ ਵੰਡ ਦੀ, ਜਾਤਾਂ ਦਾ ਭਿੰਨ ਭੇਦ, ਇਹ ਮਹਾਰਾਜ ਨੇ ਖਤਮ ਕੀਤਾ। ਸੋ ਗੋਇੰਦਵਾਲ ਸਾਹਿਬ ਚਲੇ ਗਏ ਮਹਾਰਾਜ ਜੀ, ਉੱਥੇ ਜਿਹੜਾ ਬੌਲੀ ਦੀ ਉਸਾਰੀ ਕੀਤੀ ਤਾਂ ਕਿ ਉੱਥੋਂ ਸਾਰੇ ਜਿਹੜੇ ਨੇ ਇਸ਼ਨਾਨ ਕਰਨ, ਸਾਰੇ ਉੱਥੋਂ ਜਲ ਲੈ ਪਾਣ। ਔਰ ਲੰਗਰ ਦੀ ਪ੍ਰਥਾ ਇਹੋ ਜਿਹੀ ਚਲਾਈ ਜਿਹੜੀ ਕਿ ਗੁਰੂ ਅੰਗਦ ਦੇਵ ਜੀ ਨੇ ਚਲਾਈ ਹੋਈ ਸੀ। ਮਾਤਾ ਖੀਵੀ ਜੀ ਸੇਵਾ ਕਰ ਰਹੇ ਸਨ ਲੰਗਰਾਂ ਦੇ ਵਿੱਚ, ਲੇਕਿਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਰੂਲ ਕਰ ਦਿੱਤਾ, ਫਿਕਸ ਕਰ ਦਿੱਤਾ ਇਹ ਸਿਸਟਮ ਕਿ ਜਿਹੜੀ ਵੀ ਸੰਗਤ ਆਊਗੀ ਪਹਿਲਾਂ ਉਹ ਲੰਗਰ ਛਕੂਗੀ, ਫਿਰ ਸੰਗਤ ਕਰੇ। ਕਾਰਨ ਕੀ ਸਨ, ਜਿਹੜੀ ਅਮੀਰ ਆਪਣੇ ਆਪ ਨੂੰ ਮਤਲਬ ਵੱਡੀਆਂ ਜਾਤਾਂ ਵਾਲੇ ਸਮਝਦੇ ਸਨ, ਪੰਡਤ ਬ੍ਰਾਹਮਣ, ਉਹ ਬਾਕੀਆਂ ਦੇ ਨਾਲ ਮਿਲ ਕੇ ਲੰਗਰ ਨਹੀਂ ਸਨ ਛਕਦੇ। ਸੋ ਮਹਾਰਾਜ ਨੇ ਕਿਹਾ ਵੀ ਇੱਥੇ ਜਿਹਨੇ ਵੀ ਆਣਾ ਨਾ, ਪਹਿਲਾਂ ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕੋ, ਫਿਰ ਗੁਰੂ ਪਾਸ ਆਇਓ, ਫਿਰ ਸੰਗਤ ਕੀਤੀ ਜਾਵੇਗੀ। ਇਵੇਂ ਹੀ ਸੰਗਤ ਜੀ, ਅਕਬਰ ਬਾਦਸ਼ਾਹ ਵੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਇੱਕ ਵਾਰ ਆਇਆ ਸੀ। ਸੋ ਉਹਨਾਂ ਨੇ ਵੀ ਪਹਿਲਾਂ, ਬਾਬਾ ਬੁੱਢਾ ਜੀ ਨੇ ਕਿਹਾ ਪਹਿਲਾਂ ਤੁਸੀਂ ਲੰਗਰ ਛਕੋ। ਸੋ ਲੰਗਰ ਛਕਿਆ ਅਕਬਰ ਬਾਦਸ਼ਾਹ ਨੇ। ਉਹ ਲੰਗਰ ਛਕ ਕੇ ਇੰਨਾ ਤ੍ਰਿਪਤ ਹੋਇਆ, ਉਹ ਬੜਾ ਹੈਰਾਨ ਵੀ ਇਸ ਲੰਗਰ ਵਿੱਚ ਕੀ ਇੰਨਾ ਰਸ ਆ, ਵੀ ਇੰਨਾ ਮੈਂ 36 ਪ੍ਰਕਾਰ ਦੇ ਭੋਜਨ ਖਾਣ ਵਾਲਾ ਕਦੀ ਉਹ ਰਸ ਨਹੀਂ ਆਇਆ ਜਿਹੜਾ ਇੱਥੇ ਲੰਗਰਾਂ ਦੇ ਵਿੱਚ ਆਇਆ। ਉਸ ਤੋਂ ਬਾਅਦ ਉਹਨੇ ਦਰਸ਼ਨ ਕਰਨ ਜਾਣਾ ਸੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ। ਤੋ ਬਾਬਾ ਬੁੱਢਾ ਜੀ ਨੇ ਉਹਨੂੰ ਅਕਬਰ ਬਾਦਸ਼ਾਹ ਨੂੰ ਸਮਝਾਇਆ, ਕਿਉਂਕਿ ਉਹਨੇ ਰੈੱਡ ਕਾਰਪਟ ਦੇ ਉੱਤੇ ਚੱਲ ਕੇ ਮਹਾਰਾਜ ਦੇ ਅੰਦਰ ਦਰਸ਼ਨ ਕਰਨ ਜਾਣਾ ਸੀ। ਉਹਨੇ ਕਿਹਾ ਵੀ ਪੀਰਾਂ ਫਕੀਰਾਂ ਦੇ ਦਰਸ਼ਨ ਇਵੇਂ ਹੰਕਾਰ 'ਚ ਨਹੀਂ ਕਰੀਦੇ, ਪੀਰਾਂ ਫਕੀਰਾਂ ਦੇ ਦਰਸ਼ਨ ਕਰਨੇ ਹੁਣ ਤਾਂ ਝੁੱਕ ਕੇ ਜਾਈਦਾ। ਸੋ ਅਕਬਰ ਬਾਦਸ਼ਾਹ ਸਿਆਣਾ ਸੀ, ਉਹ ਫਿਰ ਰੈੱਡ ਕਾਰਪਟ ਤੇ ਨਹੀਂ, ਨੰਗੇ ਚਰਨੀ ਜਿਹੜਾ ਉਹ ਆਪਣੇ ਨੰਗੇ ਕਦਮਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਗਿਆ। ਮੱਥਾ ਟੇਕਿਆ, ਆਪਣੀਆਂ ਭਾਵਨਾਵਾਂ ਅਰਪਣ ਕੀਤੀਆਂ, ਕੀਤਾ, ਔਰ ਨਾਲ ਕਿਹਾ ਕਿ ਮਹਾਰਾਜ ਜੀ ਵੀ ਆ ਲੰਗਰਾਂ ਵਿੱਚ ਇੰਨੀ ਕੀ ਗੱਲਾਂ ਵਰਤਾਈ ਤੁਸੀਂ, ਮੈਂ ਇੰਨੇ ਪ੍ਰਕਾਰ ਦੇ ਭੋਜਨ ਅੱਜ ਤੱਕ ਖਾਧੇ ਨੇ 36 ਪ੍ਰਕਾਰ ਦੇ, ਪਰ ਉਹ ਰਸ ਨਹੀਂ ਆਇਆ ਜੋ ਇੱਥੇ ਲੰਗਰ ਛਕ ਕੇ ਮੈਨੂੰ ਰਸ ਆਇਆ। ਸੋ ਉਹ ਬੜਾ ਪ੍ਰਭਾਵਿਤ ਹੋਇਆ। ਤਾਂ ਉਹਨੇ ਫਿਰ ਕਿਹਾ ਕਿ ਮਹਾਰਾਜ ਜੀ ਮੈਂ ਜਗੀਰ ਲਿਖ ਦਿੰਦਾ ਆ, ਸਰਕਾਰੀ ਸ਼ਾਹੀ ਖਜ਼ਾਨੇ ਵਿੱਚੋਂ, ਜਗੀਰਾਂ ਵਿੱਚੋਂ ਹੀ ਜਿਹੜਾ ਇੱਥੇ ਦੇ ਲੰਗਰ ਤਿਆਰ ਹੋਇਆ ਕਰੂਗਾ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਨਕਾਰ ਕਰ ਦਿੱਤਾ। ਮਹਾਰਾਜ ਨੇ ਕਿਹਾ ਨਹੀਂ, ਇਹ ਕਿਰਤੀ ਸੰਗਤਾਂ ਜਿਹੜੀਆਂ ਨੇ ਨਾ, ਇਹ ਆਪਣੀਆਂ ਸੁੱਚੀਆਂ ਕਿਰਤ ਕਮਾਈਆਂ ਦੇ ਵਿੱਚੋਂ ਦਸਵੰਧ ਦੀਆਂ ਭੇਟਾਂ ਕਰਕੇ ਲੰਗਰ ਤਿਆਰ ਕਰਨਗੀਆਂ। ਸੰਗਤਾਂ ਦੀ ਵੀ ਭਲਾ ਹੋਵੇਗਾ, ਛਕਣ ਵਾਲੇ ਦਾ ਵੀ ਭਲਾ ਹੋਵੇਗਾ। ਸੋ ਇਹ ਜਿਹੜਾ ਲੰਗਰ ਆ ਇਹ ਸਰਕਾਰੀ ਖਜ਼ਾਨਿਆਂ ਚੋਂ ਨਹੀਂ ਹੋਣਾ, ਇਹ ਤਾਂ ਮਿਹਨਤ ਕਰਕੇ ਸੰਗਤਾਂ ਦੀ ਕਿਰਤ ਕਮਾਈਆਂ ਵਿੱਚ ਹੋਵੇਗਾ। ਤੋ ਸੰਗਤ ਜੀ, ਸਾਡੀ ਭਲਾਈ ਲਈ ਮਹਾਰਾਜ ਨੇ ਮਰਿਆਦਾ ਜਿਹੜੀ ਚਲਾਈ ਹੈ, ਸਾਡੇ ਅਸੀਂ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਤਿਲ ਫੁੱਲ ਜਦੋਂ ਅਰਪਣ ਕਰਦੇ ਹਾਂ ਤਾਂ ਸਾਡਾ ਵੀ ਕਲਿਆਣ ਹੁੰਦਾ, ਛਕਣ ਵਾਲੇ ਦਾ ਵੀ ਕਲਿਆਣ ਹੁੰਦਾ। ਤੋ ਇਹ ਲੰਗਰਾਂ ਦੇ ਪ੍ਰਵਾਹ ਵੀ ਚੱਲਦੇ ਰਹਿੰਦੇ ਨੇ। ਸੋ ਲੇਕਿਨ ਉਹ ਅਕਬਰ ਬਾਦਸ਼ਾਹ ਸਿਆਣਾ ਸੀ, ਉਹਨੇ ਕਿਹਾ ਵੀ ਇਹ ਐਡੇ ਵੱਡੇ ਪੀਰ ਨੇ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਮੈਂ ਕੁਛ ਭੇਟਾ ਧਾਰ ਕਰਨੀ ਹੈ।
ਉਹਨੇ ਫਿਰ ਉਹ ਜਾਗੀਰ ਬੀਬੀ ਭਾਨੀ ਜੀ ਦੇ ਨਾਮ ਲਿਖਵਾ ਦਿੱਤੀ ਸੀ ਵੀ ਬੇਟੀਆਂ ਤਾਂ ਸਾਂਝੀਆਂ ਹੀ ਹੁੰਦੀਆਂ ਨੇ ਮਹਾਰਾਜ, ਤੁਹਾਡੀ ਪੁੱਤਰੀ ਸਾਡੀ ਪੁੱਤਰੀ। ਉਹ ਵੀ ਆਪਣਾ ਚਲੋ ਇਹ ਹੁੰਦਾ ਵੀ ਜਿਹਨੇ ਭੇਟਾ ਕਰਨੀ, ਸੇਵਾ ਕਰਨੀ ਆਪਣੇ ਰੂਪ ਵਿੱਚ ਕਰ ਜਾਵੇ। ਤੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਕਬਰ ਬਾਦਸ਼ਾਹ ਨੂੰ ਕਿਹਾ ਸੀ ਵੀ ਜੇ ਤੂੰ ਸੇਵਾ ਕਰਨੀ ਆ ਤਾਂ ਫਿਰ ਕਰ, ਅਸੀਂ ਤੈਨੂੰ ਦੱਸਦੇ ਹਾਂ। ਉਹਨੇ ਕਿਹਾ ਮਹਾਰਾਜ ਜੀ ਹੁਕਮ ਕਰੋ। ਗੁਰੂ ਮਹਾਰਾਜ ਨੇ ਫਿਰ ਔਰਤਾਂ ਦੇ ਲਈ ਖਾਸ ਕਰਕੇ ਉਹਦੇ ਕੋਲੋਂ ਕਾਨੂੰਨ ਪਾਸ ਕਰਵਾਇਆ ਸੀ ਕਿ ਜਦੋਂ ਔਰਤ ਜਿਹੜੀ ਉਹਨਾਂ ਨੂੰ ਸਤੀ ਕੀਤਾ ਜਾਂਦਾ ਸੀ। ਜਦੋਂ ਪਤੀ ਮਰ ਜਾਵੇ ਤਾਂ ਉਹਦੀ ਜਿਹੜੀ ਪਤਨੀ ਹੈ ਉਹਨੂੰ ਅੱਗ ਦੇ ਵਿੱਚ, ਉਹਦੀ ਚਿਖਾ ਦੇ ਵਿੱਚ ਜਲਾ ਦਿੱਤਾ ਜਾਂਦਾ ਸੀ। ਮਹਾਰਾਜ ਨੇ ਕਿਹਾ ਇਹ ਪ੍ਰਥਾ ਬੰਦ ਕਰੋ ਭਾਈ। ਸੋ ਮਹਾਰਾਜ ਕਹੇ ਸਤੀਆਂ ਇਹ ਨਾ ਆਖਿਆਨ ਜੋ ਮੜਿਆ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੈ ਚੋਟ ਮਰਨ। ਸੋ ਜਿਹੜੀ ਜਿਹਨੂੰ ਬਿਰਹਾ ਦੀ ਚੋਟ ਲੱਗੀ ਹੋਵੇ ਨਾ, ਮਹਾਰਾਜ ਜੀਵਾਤਮਾ ਦੀ ਗੱਲ ਕੀਤੀ ਹੈ, ਉਹ ਅਸਲੀ ਸਤੀ ਹੈ। ਉਹ ਸਮਝ ਲਓ ਵੀ ਪਤੀ ਦੇ ਤੋਂ ਬਿਨਾਂ ਰਹਿ ਹੀ ਨਹੀਂ ਸਕਦੀ ਹੈਗੀ, ਉਹ ਹੈ। ਇਹ ਸਰੀਰ ਨੂੰ ਜਲਾਉਣ ਦਾ ਕੀ ਅਰਥ ਹੈ? ਸੋ ਗੁਰੂ ਮਹਾਰਾਜ ਨੇ, ਗੁਰੂ ਅਮਰਦਾਸ ਜੀ ਮਹਾਰਾਜ ਨੇ ਕਾਨੂੰਨ ਪਾਸ ਕਰਵਾਇਆ ਸੀ। ਅਕਬਰ ਬਾਦਸ਼ਾਹ ਨੇ ਕਾਨੂੰਨ ਪਾਸ ਕੀਤਾ ਵੀ ਔਰਤ ਨੂੰ ਜ਼ਬਰਦਸਤੀ ਵਿੱਚ ਨਹੀਂ ਜਲਾਇਆ ਜਾਵੇਗਾ। ਹੋਰ ਕਿਹਾ ਕਿ ਜਿਹੜੇ ਔਰਤ ਅਗਰ ਵਿਧਵਾ ਹੋ ਜਾਂਦੀ ਹੈ ਉਹਨੂੰ ਵੀ ਵਿਆਹ ਕਰਾਉਣ ਦੀ ਆਜ਼ਾਦੀ ਦਿੱਤੀ ਜਾਵੇ। ਜਿਵੇਂ ਪਤੀ ਦੀ ਪਤਨੀ ਦੀ ਡੈਥ ਹੋ ਜਾਂਦੀ, ਪਤੀ ਤਾਂ ਹੋਰ ਵਿਆਹ ਕਰਾ ਲੈਂਦਾ, ਲੇਕਿਨ ਇਹ ਔਰਤ ਜਿਹੜੀ ਵਿਧਵਾ ਹੋ ਜਾਂਦੀ ਤਾਂ ਬੜਾ ਬੁਰਾ ਹਾਲ ਕੀਤਾ ਜਾਂਦਾ ਸਮਾਜ ਦੇ ਵਿੱਚ। ਸੋ ਉਹ ਵੀ ਗੁਰੂ ਮਹਾਰਾਜ ਨੇ ਕਾਨੂੰਨ ਪਾਸ ਕਰਵਾਇਆ, ਜਿਹੜੀ ਕਿ ਬੜੀ ਵੱਡੀ ਕ੍ਰਾਂਤੀ ਸੀ ਉਸ ਸਮੇਂ ਦੀ। ਸੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਔਰਤਾਂ ਦੇ ਉੱਤੇ ਬਹੁਤ ਬਹੁਤ ਰਹਿਮਤਾਂ ਕੀਤੀਆਂ। ਅਸੀਂ ਹੋਰ ਵੀ ਵਿਚਾਰਾਂ ਕਰਾਂਗੇ। ਸੋ ਅਕਬਰ ਬਾਦਸ਼ਾਹ ਤੋਂ ਇੱਕ ਹੋਰ ਵੀ ਕਾਨੂੰਨ ਪਾਸ ਕਰਵਾਇਆ। ਉਹ ਇਹ ਸੀ ਕਿ ਜਿਹੜੇ ਹਿੰਦੂ ਲੋਕ ਸਨ ਨਾ, ਇਹ ਜਦੋਂ ਆਪਣੇ ਧਾਰਮਿਕ ਜਿਹੜੇ ਇਹਨਾਂ ਦੇ ਸਥਾਨ ਸਨ ਉਹਨਾਂ ਤੇ ਟੈਕਸ ਲੱਗਦੇ ਸਨ, ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਤੇ ਨਹੀਂ ਸਨ ਲੱਗਦੇ। ਸੋ ਮਹਾਰਾਜ ਨੇ ਕਿਹਾ ਜਿਹੜਾ ਰਾਜਾ ਹੈ ਨਾ, ਇਹ ਸਾਂਝਾ ਹੁੰਦਾ, ਇਹ ਸਾਰੀ ਪ੍ਰਜਾ ਦਾ ਹੁੰਦਾ ਹੈ। ਸੋ ਇੱਕ ਦੂਸਰੇ ਧਰਮ ਨਾਲ ਇਵੇਂ ਫਰਕ ਨਾ ਕਰੋ। ਸੋ ਹਿੰਦੂਆਂ ਦੇ ਵੀ ਟੈਕਸ ਜਿਹੜੇ ਉਹ ਮਾਫ ਕੀਤੇ ਜਾਣ, ਹਿੰਦੂ ਸਥਾਨਾਂ ਦੇ, ਉਹ ਵੀ ਮਹਾਰਾਜ ਨੇ ਕਰਵਾਇਆ। ਸੋ ਇਹ ਸਾਰੀ ਮਾਨਵਤਾ ਨੂੰ ਪ੍ਰੇਮ ਕਰਨ ਵਾਲੇ ਗੁਰੂ ਮਹਾਰਾਜ ਜੀ। ਅਕਬਰ ਬਾਦਸ਼ਾਹ ਨੇ ਜੋ ਜੋ ਸਤਿਗੁਰਾਂ ਨੇ ਕਿਹਾ ਉਹਨੇ ਉਹ ਜਿਹੜਾ ਕਾਨੂੰਨ ਪਾਸ ਕੀਤੇ ਨੇ। ਤੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਸਿੱਖੀ ਦਾ ਪ੍ਰਚਾਰ ਬੜਾ ਕੀਤਾ। ਗੁਰਮਤਿ ਸਿਧਾਂਤਾਂ ਦਾ, ਜੋ ਗੁਰੂ ਨਾਨਕ ਦੇ ਘਰ ਦੇ ਅਸੂਲ ਨੇ, ਉਹਦਾ ਪ੍ਰਚਾਰ ਕਰਨ ਦੇ ਲਈ ਤੇ ਗੋਇੰਦਵਾਲ ਸਾਹਿਬ ਮਹਾਰਾਜ ਨੇ ਉੱਥੋਂ 22 ਜਿਹੜੀਆਂ ਮੰਜੀਆਂ ਸਥਾਪਿਤ ਕੀਤੀਆਂ। ਮਤਲਬ ਪੂਰੇ ਹਿੰਦੁਸਤਾਨ ਦੇ ਵਿੱਚ 22 ਸਟੇਟ ਸਨ, ਜਿੱਥੇ ਇੱਕ ਇੱਕ ਸਿੱਖ ਨੂੰ ਭੇਜਿਆ ਜਾਵੇ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੇ। ਕੱਲਾ ਇਹ ਭਾਈਆਂ ਨੂੰ ਨਹੀਂ, ਗੁਰੂ ਮਹਾਰਾਜ ਨੇ ਬੀਬੀਆਂ ਨੂੰ ਵੀ ਸਿੱਖੀ ਦੇ ਪ੍ਰਚਾਰ ਦੀ ਸੇਵਾ ਦਿੱਤੀ। ਉਹਨਾਂ ਲਈ ਪੀੜੇ ਸਥਾਪਿਤ ਕੀਤੇ। ਸੋ ਮੰਜੀ ਦਾ ਮਤਲਬ ਹੁੰਦਾ ਉੱਚੇ ਸਥਾਨ ਦੇ ਉੱਤੇ ਬੈਠ ਕੇ ਸਿੱਖ ਜਿਹੜਾ ਉਹ ਗਿਆਨ ਦੇਵੇਗਾ, ਸੰਗਤਾਂ ਜਿਹੜੀਆਂ ਨੀਵੇਂ ਸਥਾਨ ਤੇ ਬੈਠ ਕੇ ਸਰਵਣ ਕਰਨਗੀਆਂ, ਇਹ ਮੰਜੀਆਂ। ਇਵੇਂ ਹੀ ਬੀਬੀਆਂ ਦੇ ਲਈ ਫਿਰ ਮੂੜੇ ਤੇ ਪੀੜੇ ਉਹ ਸਨ ਕਿ ਕਿਉਂਕਿ ਬੀਬੀਆਂ ਜਿਹੜੀਆਂ ਬੜੀਆਂ ਬਿਜ਼ੀ, ਘਰਾਂ ਦੇ ਕੰਮ ਇੰਨੇ ਕਰਨੇ ਸਾਰਾ ਦਿਨ, ਤਾਂ ਉਹ ਫਿਰ ਜਿਹੜੀ ਬੀਬੀ ਨੂੰ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਦੀ ਸੇਵਾ ਬਖਸ਼ਣੀ, ਉਹਨੇ ਫਿਰ ਬੀਬੀਆਂ ਜਿੱਥੇ ਕੰਮ ਕਰਦੀਆਂ ਨੇ, ਕੋਈ ਕੱਤਦੀ ਹੈ, ਕੋਈ ਪਰੋਂਦੀ ਹੈ, ਕੋਈ ਆਪਣਾ ਦਾਲਾਂ ਸਾਫ਼ ਕਰਦੀ, ਕੋਈ ਚੱਕੀ ਪੀਸਦੀ, ਉਹ ਬੀਬੀ ਨੇ ਉਹਦੇ ਕੋਲ ਬੈਠ ਕੇ ਨਾ ਪੀੜੇ ਜਾਂ ਮੂੜੇ ਦੇ ਉੱਤੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਨਾ ਉਹਨਾਂ ਬੀਬੀਆਂ ਦੇ ਕੋਲ। ਸੋ ਬੀਬੀਆਂ ਨੂੰ ਵੀ ਮਹਾਰਾਜ ਨੇ ਪ੍ਰਚਾਰ ਦੀ ਸੇਵਾ ਦਿੱਤੀ। ਔਰ 2 ਮੰਜੀਆਂ ਜਿਹੜੀਆਂ ਨੇ, 22 ਮੰਜੀਆਂ ਵਿੱਚ 2 ਮੰਜੀਆਂ ਪਤੀ ਪਤਨੀ ਨੂੰ ਦਿੱਤੀਆਂ, ਮੱਥੋ ਮੁਰਾਰੀ ਨੂੰ ਔਰ ਸਚਿਨ ਸੱਚ ਨੂੰ। ਇਹ ਦੋਨੋਂ ਪਤੀ ਪਤਨੀ, ਇਹਨਾਂ ਦੋਨਾਂ ਨੂੰ 2 ਮੰਜੀਆਂ ਦਿੱਤੀਆਂ ਵੀ ਬੀਬੀ ਵੀ ਨਾਲ ਹੀ ਪ੍ਰਚਾਰ ਦੀ, ਪਤੀ ਦੇ ਨਾਲ ਹੀ ਸੇਵਾ ਕਰੇਗੀ। ਅਲੱਗ ਤੋਂ ਵੀ ਬੀਬੀਆਂ ਨੂੰ ਦਿੱਤੀਆਂ ਗਈਆਂ। ਸੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਔਰਤਾਂ ਦੇ ਉੱਤੇ ਬਹੁਤ ਬਹੁਤ ਮਹਾਨ ਪਰਉਪਕਾਰ ਕੀਤੇ ਨੇ। ਔਰਤ ਨੂੰ ਗੁਲਾਮ ਦੀ ਤਰ੍ਹਾਂ ਰੱਖਿਆ ਹੋਇਆ ਸੀ। ਐਡਾ ਲੰਬਾ ਕੁੰਡ ਪਰਦੇ ਵਿੱਚ ਰੱਖੀ ਜਾਂਦੀ ਸੀ ਔਰਤ। ਗੁਰੂ ਮਹਾਰਾਜ ਨੇ ਇਹ ਸਾਫ਼ ਕਹਿ ਦਿੱਤਾ ਸੀ ਕਿ ਗੁਰੂ ਦਰਬਾਰ ਵਿੱਚ ਕੋਈ ਵੀ ਔਰਤ ਬੀਬੀ ਜਿਹੜੀ ਆ ਪਰਦਾ ਕਰਕੇ ਨਹੀਂ ਆਏਗੀ, ਘੁੰਡ ਕੱਢ ਕੇ ਨਹੀਂ ਆਏਗੀ। ਫਿਰ ਬੀਬੀ ਵੀ ਉਵੇਂ ਗਿਆਨ ਲਵੇ ਜਿਵੇਂ ਭਾਈ ਲੈਂਦੇ ਨੇ। ਸੋ ਇਵੇਂ ਹੀ ਗੁਰੂ ਦਰਬਾਰ ਦੇ ਵਿੱਚ ਇੱਕ ਵਾਰ ਇੱਕ ਰਾਜਾ ਜਿਹੜਾ ਉਹ ਆਪਣੀ 13 ਪਤਨੀਆਂ ਦੇ ਨਾਲ, ਰਾਣੀਆਂ ਦੇ ਨਾਲ ਗੁਰੂ ਦਰਬਾਰ ਵਿੱਚ ਐਂਟਰ ਹੋਇਆ, ਤਾਂ ਉਹਦੀ ਜਿਹੜੀ 13ਵੀਂ ਰਾਣੀ ਸੀ ਉਹਨੇ ਐਡਾ ਲੰਬਾ ਘੁੰਡ ਕੱਢਿਆ ਹੋਇਆ, ਹਰੀਪੁਰ ਦਾ ਰਾਜਾ। ਤੋ ਗੁਰੂ ਮਹਾਰਾਜ ਨੇ ਪਹਿਲਾਂ ਸਿੱਖਾਂ ਨੇ ਬਾਹਰ ਉਹਨੂੰ ਮਨਾ ਵੀ ਕੀਤਾ, ਬਈ ਗੁਰੂ ਦਰਬਾਰ ਵਿੱਚ ਕਿਸੇ ਨੇ ਪਰਦਾ ਕਰਕੇ ਨਹੀਂ ਜਾਣਾ, ਪਰ ਉਹ ਨਹੀਂ ਮੰਨੀ। ਤੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨੂੰ ਦੇਖਦਿਆਂ ਕਹੇ ਕੌਣ ਚੱਲੀ ਹੈ ਜਿਹੜੀ ਗੁਰੂ ਦੇ ਦਰਬਾਰ ਵਿੱਚ ਪਰਦਾ ਕਰੀ ਆਈ ਹੈ? ਵੀ ਗਿਆਨ ਲੈਣਾ ਤਾਂ ਪਰਦੇ ਤਾਂ ਲੈਂਦੇ ਨੇ ਗਿਆਨ ਚੋਂ ਤਾਂ। ਉਸੇ ਵਕਤ ਝੱਲੀ ਹੋ ਗਈ।
ਸੋ ਰਾਜਾ ਉਹਨੂੰ ਛੱਡ ਕੇ ਚਲਾ ਗਿਆ, ਰਾਜੇ ਤਾਂ ਇਵੇਂ ਹੁੰਦੇ ਨੇ, ਲੇਕਿਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਇਹ ਨਹੀਂ ਕਿ ਉਹਨੂੰ ਝੱਲੀ ਕਰਨਾ ਚਾਹੁੰਦੇ ਸਨ, ਤੋ ਸਾਰਿਆਂ ਵਿੱਚ ਡਰ ਪਾਉਣਾ ਚਾਹੁੰਦੇ ਸਨ ਵੀ ਪਰਦੇ ਚੋਂ ਬਾਹਰ ਕੱਢੋ ਔਰਤਾਂ ਨੂੰ, ਇਹਨਾਂ ਨੂੰ ਵੀ ਆਜ਼ਾਦੀ ਮਿਲੇ, ਗੁਲਾਮੀ ਚੋਂ ਬਾਹਰ ਕੱਢੋ। ਸੋ ਉਸ ਬੀਬੀ ਨੂੰ ਵੀ ਠੀਕ ਕੀਤਾ, ਤੋ ਸੱਚਨ ਸੱਚ ਸਿੱਖ ਦੇ ਨਾਲ ਫਿਰ ਉਹਦਾ ਵਿਆਹ ਕੀਤਾ, ਔਰ ਇਸ ਬੀਬੀ ਨੂੰ ਸਿੱਖੀ ਦੇ ਪ੍ਰਚਾਰ ਦੀ ਸੇਵਾ ਮਿਲੀ ਨਾਲ। ਇਹ ਗੁਰੂ ਮਹਾਰਾਜ ਤਾਂ ਇੰਨਾ ਜ਼ਿਆਦਾ ਬੀਬੀਆਂ ਨੂੰ ਨਿਵਾਜਿਆ। ਸੋ ਧੰਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਔਰਤਾਂ ਨੂੰ ਸਥਾਨ ਦਿੱਤਾ, ਸੋ ਕਿਉ ਮੰਦਾ ਆਖਿਆ ਜਿਤ ਜੰਮੇ ਰਾਜਾਨ, ਬਾਣੀ ਵਿੱਚ ਦਰਜ ਕਰ ਦਿੱਤਾ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਕਾਇਦਾ ਪ੍ਰੈਕਟੀਕਲ ਕਿ ਬੀਬੀਆਂ ਨੂੰ ਬਰਾਬਰ ਦਾ ਮਹਾਨਤਾ ਦਾ ਸਥਾਨ ਜਿਹੜਾ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਦਿੱਤਾ, ਵੀ ਬੀਬੀਆਂ ਵੀ ਜਿਹੜੀਆਂ ਨੇ ਉਹ ਆਜ਼ਾਦ ਨੇ, ਇਹ ਗੁਲਾਮ ਨੇ, ਇਹ ਮਹਾਨ ਨੇ, ਇਹ ਵੀ ਸਿੱਖੀ ਦਾ ਪ੍ਰਚਾਰ ਦੀ ਸੇਵਾ ਕਰ ਸਕਦੀਆਂ ਨੇ। ਸੋ ਲੇਕਿਨ ਪਹਿਲਾਂ ਉਹਨਾਂ ਦਾ ਜੀਵਨ ਬਣਾਇਆ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ। ਇਹਨਾਂ ਸਿੱਖਾਂ ਨੂੰ ਵੀ ਜਿਨ੍ਹਾਂ ਨੂੰ ਮੰਜੀਆਂ ਦਿੱਤੀਆਂ ਉਹ ਜੀਵਨ ਵਾਲੇ ਸਨ, ਫਿਰ ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਦੀ ਜਿਹੜੀ ਇਹ ਸੇਵਾ ਬਖਸ਼ੀ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਖੁਦ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਆਪਣੇ 907 ਸ਼ਬਦ 17 ਰਾਗਾਂ ਦੇ ਵਿੱਚ ਮਹਾਰਾਜ ਨੇ ਬਾਣੀ ਜਿਹੜੀ ਹੈ ਦਰਜ ਕੀਤੀ। ਮਹਾਨ ਸਾਨੂੰ ਉਪਦੇਸ਼ ਦਿੱਤੇ ਬਾਣੀ ਦੇ ਵਿੱਚੋਂ ਮਹਾਰਾਜ ਨੇ। ਸਤਿਗੁਰਾਂ ਦੇ ਆਨੰਦ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਇਹ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਉਦੋਂ ਵੀ ਵਿੱਚ ਇਹ ਬਾਣੀ ਜਿਹੜੀ ਹੈ ਪੰਜਵੀਂ ਬਾਣੀ ਪੜ੍ਹੀ ਜਾਂਦੀ ਹੈ। ਲੇਕਿਨ ਸਿੱਖ ਦੇ ਹਰ ਕਾਰਜ ਵਿੱਚ ਜੰਮਣਾ ਹੋ ਜਾਵੇ, ਮਰਨਾ ਹੋ ਜਾਵੇ, ਖੁਸ਼ੀ ਹੋ ਜਾਵੇ, ਗਮੀ ਹੋ ਜਾਵੇ, ਇਹ ਬਾਣੀ ਜਿਹੜੀ ਆਨੰਦ ਸਾਹਿਬ ਜੀ ਦੀ ਪੜ੍ਹੀ ਹੀ ਜਾਂਦੀ ਹੈ। ਮਤਲਬ ਕੀ ਹੈ, ਸਿੱਖਾਂ ਤੋਂ ਹਰ ਹਾਲਤ ਪਰਿਸਥਿਤੀਆਂ ਨੂੰ ਸਵੀਕਾਰ ਕਰਦਿਆਂ ਆਨੰਦ ਦੀ ਅਵਸਥਾ ਵਿੱਚ ਹੀ ਰਹਿਣਾ ਹੈ। ਤੂੰ ਇਹਨਾਂ ਹਰ ਸੋਗ ਤੋਂ, ਦੁੱਖਾਂ ਸੁੱਖਾਂ ਤੋਂ, ਇਹਨਾਂ ਤੋਂ ਪਾਰ ਦੀ ਤੇਰੀ ਅਵਸਥਾ ਹੋਵੇ, ਤੂੰ ਆਨੰਦ ਦੀ ਅਵਸਥਾ ਵਿੱਚ ਰਹਿਣਾ। ਸੋ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਿੰਨੇ ਸਿਧਾਂਤ ਸਾਨੂੰ ਦਿੱਤੇ ਨੇ। ਅਗਰ ਤੂੰ ਦੁੱਖ ਦੂਰ ਕਰਨਾ ਚਾਹੁੰਦਾ ਆਪਣਾ, ਤਾਂ ਮਹਾਰਾਜ ਕਹਿੰਦੇ ਨੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ। ਹੁਣ ਸੰਗਤ ਸਾਡੇ ਲਈ ਹੈ, ਸੰਗਤ ਜੀ ਅਗਰ ਮਨ ਦੁਖੀ ਰਹਿੰਦਾ ਨਾ, ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ ਤੂੰ ਪਰਮਾਤਮਾ ਨੂੰ ਯਾਦ ਕਰ, ਤੇਰੇ ਦੁੱਖ ਵੀ ਸਾਰੇ ਦੂਰ ਹੋ ਜਾਣਗੇ ਔਰ ਤੇਰੇ ਕਾਰਜ ਵੀ ਸਫਲੇ ਹੋ ਜਾਣਗੇ। ਹੁਣ ਸਹਿਜ ਅਵਸਥਾ ਵਿੱਚ ਕਿਵੇਂ ਰਹਿਣਾ ਆਨੰਦ ਸਾਹਿਬ ਜੀ ਦੀ ਬਾਣੀ ਦੱਸ ਰਹੀ ਹੈ। ਇੰਦਰੀਆਂ ਦਾ ਕੰਟਰੋਲ ਕਿਵੇਂ ਕਰਨਾ, ਮਨ ਤੇ ਕਿਵੇਂ ਪਹਿਰਾ ਦੇਣਾ, ਅੱਖਾਂ ਨਾਲ ਕੀ ਦੇਖਣਾ, ਕੰਨਾਂ ਨਾਲ ਕੀ ਸੁਣਨਾ, ਜੇਬਾਂ ਨਾਲ ਕੀ ਬੋਲਣਾ, ਇਹ ਮਹਾਰਾਜ ਜੀ ਸਾਨੂੰ ਸਾਰਾ ਜੀਵਨ ਦੀ ਜਾਂਚ ਸਿਖਾ ਰਹੇ ਨੇ। ਅਗਰ ਤੂੰ ਪਰਮਾਤਮਾ ਨੂੰ ਮਿਲਣਾ ਨਾ, ਫਿਰ ਤੂੰ ਆਪਣੀਆਂ ਇੰਦਰੀਆਂ ਦਾ ਕੰਟਰੋਲ ਰੱਖ, ਸੁਰਤੀਆਂ ਬਿਰਤੀਆਂ ਦਾ। ਗੁਰੂ ਦਾ ਰੋਲ ਕੀ ਹੈ ਸਿੱਖ ਦੇ ਜੀਵਨ ਦੇ ਵਿੱਚ, ਬਾਣੀ ਵਿੱਚ ਮਹਾਰਾਜ ਜੀ ਸਮਝਾਉਂਦੇ ਨੇ ਕਿ ਗੁਰੂ ਤੋਂ ਬਿਨਾਂ ਜਿਹੜੀ ਗੱਲ ਨਹੀਂ ਬਣਨੀ। ਔਰ ਜੇ ਤੂੰ ਗੁਰੂ ਤੋਂ ਬੇਮੁਖ ਹੋ ਗਿਆ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਸੱਚੇ ਗੁਰੂ ਤੋਂ ਬਿਨਾਂ ਨੂੰ ਮੁਕਤੀ ਨਹੀਂ ਮਿਲਣੀ। ਸੋ ਗੁਰੂ ਵੱਲ ਤੈਨੂੰ ਹੋਣਾ ਪੈਣਾ ਹੈ, ਗੁਰੂ ਦੇ ਵਚਨ ਤੈਨੂੰ ਸੁਣਨੇ ਪੈਣੇ ਨੇ, ਮੰਨਣੇ ਪੈਣੇ ਨੇ, ਅਗਰ ਤੂੰ ਆਪਣਾ ਜੀਵਨ ਦਾ ਕਲਿਆਣ ਕਰਨਾ ਚਾਹਨਾ। ਪਰ ਜੇ ਤੂੰ ਬੇਮੁਖ ਹੋ ਗਿਆ, ਫਿਰ ਕੀ ਹੋਗਾ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਮਾਰੇ ਕਹਿੰਦੇ ਉਹ ਫਿਰ ਕਿਤੇ ਹੋਰ ਉਹਨੂੰ ਮੁਕਤੀ ਮਿਲਣੀ ਨਹੀਂ, ਵਿਵੇਕੀਆਂ ਨੂੰ ਪੁੱਛੋ ਜਾ ਕੇ। ਆਪਾਂ ਤਾਂ ਦੂਜਿਆਂ ਨੂੰ ਪੁੱਛ ਲੈਂਦੇ ਆ, ਜਿਹੜੇ ਖੁਦ ਹੀ ਨਹੀਂ ਪਤਾ ਗੁਰੂ ਦੀ ਵੈਲਿਊ ਕੀ ਆ, ਉਹਨਾਂ ਨੇ ਕਹਿਣਾ ਕੀ ਰੱਖਿਆ ਇਹਦੇ 'ਚ, ਹੈ ਨਾ। ਲੇਕਿਨ ਮਾਰੇ ਕਹਿੰਦੇ ਵਿਵੇਕੀਆਂ ਨੂੰ ਪੁੱਛੋ, ਜਿਨ੍ਹਾਂ ਦਾ ਪੂਰਾ ਮਨ ਦੇ ਉੱਤੇ ਪਹਿਰਾ, ਜਿਨ੍ਹਾਂ ਦੀ ਬੁੱਧੀ ਜਿਹੜੀ ਹੈ ਗੁਰੂ ਦੀ ਮੱਤ ਮੁਤਾਬਕ ਚੱਲਦੀ, ਉਹ ਕੀ ਕਹਿੰਦੇ ਨੇ, ਉਹ ਵਿਵੇਕੀ ਕਹਿੰਦੇ ਨੇ ਅਨੇਕ ਜੁਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਕਹਿੰਦੇ ਤੈਨੂੰ ਕਿੰਨੀਆਂ ਜੁਨਾਂ 'ਚ ਭਟਕਣਾ ਪੈ ਜਾਣਾ, ਸੱਚੇ ਗੁਰੂ ਤੋਂ ਬਿਨਾਂ ਤੈਨੂੰ ਮੁਕਤੀ ਨਹੀਂ ਮਿਲਣੀ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਕਹਿੰਦੇ ਕਿਵੇਂ ਮੁਕਤੀ ਮਿਲੇਗੀ, ਫਿਰ ਤੈਨੂੰ ਗੁਰੂ ਦੇ ਹੀ ਚਰਨੀ ਲੱਗਣਾ ਪੈਣਾ, ਇੰਨੀਆਂ ਜੁਨਾਂ 'ਚ ਭਟਕ ਭਟਕ ਕੇ ਵੀ। ਤਾਂ ਫਿਰ ਗੁਰੂ ਨੇ ਜਦੋਂ ਤੈਨੂੰ ਸ਼ਬਦ ਸੁਣਾਣਾ ਨਾ, ਆਪਣਾ ਉਹ ਗਿਆਨ ਦਾ ਸ਼ਬਦ ਤੇਰੇ ਅੰਦਰ ਜਦੋਂ ਗੁਰੂ ਨੇ ਵਸਾ ਦੇਣਾ, ਫਿਰ ਤੂੰ ਮੁਕਤ ਹੋਣਾ। ਫਿਰ ਤੇਰਾ ਮਨ ਜਿਹੜਾ ਇਹ ਮੁਕਤ ਹੋ ਜਾਣਾ ਵਿਕਾਰਾਂ ਤੋਂ, ਮੈਲਾਂ ਤੋਂ, ਔਗਣਾਂ ਤੋਂ। ਮਹਾਰਾਜ ਕਹਿੰਦੇ ਗੁਣਾਂ ਦੀ ਸਾਂਝ ਪਾਓ ਭਾਈ ਤੁਸੀਂ। ਅਸੀਂ ਸਾਂਝ ਪਾਉਂਦੇ ਹਾਂ ਨੈਗੇਟਿਵਿਟੀ ਦੀ, ਕਿਸੇ ਦੇ ਔਗਣ ਦੇਖਣ ਦੀ ਪਾਉਂਦੇ ਹਾਂ। ਮਹਾਰਾਜ ਕਹਿੰਦੇ ਲੋਕ ਅਵਗੁਣਾ ਕੀ ਬੰਨੇ ਗੰਠੜੀ, ਗੁਣ ਨਾ ਵਿਆਜੇ ਕੋਈ। ਔਗਣਾਂ ਦੀਆਂ ਗੱਠਾਂ ਬੰਨੀ ਜਾਂਦੇ ਨੇ, ਆਪ ਵੀ ਔਗਣਾਂ ਨਾਲ ਭਰੇ, ਦੂਜੇ ਦੇ ਵੀ ਔਗਣ ਦੇਖ ਦੇਖ ਕੇ ਇਹੀ ਗੱਠਾਂ ਬੰਨੀ ਜਾਂਦੇ ਨੇ। ਗੁਣ ਨਾ ਵਿਆਜੇ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਕੋਏ। ਕਹਿੰਦੇ ਕੋਈ ਹੁੰਦਾ, ਵਿਰਲਾ ਕੋਈ ਹੋਏ।
ਗੁਣਾਂ ਦਾ ਗਾਹਕ ਜਿਹੜਾ ਗੁਣ ਇਕੱਠੇ ਕਰ ਰਿਹਾ, ਜਿਹੜਾ ਰੱਬੀ ਗੁਣ ਇਕੱਠੇ ਕਰ ਰਿਹਾ, ਜਿਹੜਾ ਸੱਚ ਨੂੰ ਮਾਰਗ ਤੇ ਚੱਲਣ ਲਈ ਜਿਹੜੇ ਗੁਣ ਚਾਹੀਦੇ ਨੇ, ਜਿਹੜਾ ਉਹ ਗੁਣ ਆਪਣੇ ਅੰਦਰ ਇਕੱਠਾ ਕਰ ਰਿਹਾ, ਤਾਂ ਇਦਾਂ ਦਾ ਗਾਹਕ ਤਾਂ ਕੋਈ ਹੈ। ਹੁਣ ਅਸੀਂ ਆਪਣੇ ਆਪ ਨੂੰ ਦੇਖੀ ਜਾਈਏ, ਇਹ ਮਹਾਰਾਜ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਸੰਗਤ ਜੀ, ਅਸੀਂ ਗੁਣ ਇਕੱਠੇ ਕਰ ਰਹੇ ਹਾਂ ਕਿ ਹੋਰ ਮਹਿਲਾਂ ਆਪਣੇ ਅੰਦਰ ਇਕੱਠੀਆਂ ਕਰ ਰਹੇ ਹਾਂ। ਇਹ ਸਾਡੇ ਲਈ ਨੇ ਸਤਿਗੁਰਾਂ ਦਾ ਗਿਆਨ ਜਿਹੜਾ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਵੀ ਦੋਸਤੀ ਕਿਹਦੇ ਨਾਲ ਕੀਤੀ ਜਾਵੇ। ਆਪਣੇ ਹੁਣ ਦੇਖੀਏ ਸਾਡੀ ਦੋਸਤੀ ਕਿਹਦੇ ਨਾਲ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਸੋ ਕਰ ਦੋਸਤੀ, ਸਤਿਗੁਰ ਸੋ ਚਿਤ ਲਾਏ। ਜਿਹਦਾ ਗੁਰੂ ਵੱਲ ਮੁਖਿਆ ਨਾ, ਉਹਦੇ ਨਾਲ ਦੋਸਤੀ ਕਰ, ਮਨਮੁਖ ਨਾਲ ਦੋਸਤੀ ਨਾ ਕਰੇ। ਚਿੱਤ ਕਿਹਦੇ ਨਾਲ ਲਾ ਕੇ ਰੱਖ, ਸੱਚੇ ਗੁਰੂ ਦੇ ਨਾਲ ਚਿੱਤ ਲਾ ਕੇ ਰੱਖ, ਇਵੇਂ ਤੇਰਾ ਕਲਿਆਣ ਹੋ ਜਾਊਗਾ। ਸੋ ਅਗਰ ਪਰਮਾਤਮਾ ਨੂੰ ਮਿਲਣਾ, ਮਾਰੇ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਗੁਰੂ ਨੂੰ ਅਰਪਣ ਕਰਦੇ ਆਪਣਾ ਤਨ ਵੀ, ਵਰਤਣਾ ਤੂੰ ਹੀ ਆ, ਲੇਕਿਨ ਇਹ ਸਮਝ ਕੇ ਕਿ ਇਹ ਮੇਰੇ ਗੁਰੂ ਦਾ ਹੀ ਹੈ। ਹੁਣ ਗੁਰੂ ਜਿਵੇਂ ਚਾਹੁੰਦਾ, ਗੁਰੂ ਦੀ ਜੋ ਸਿੱਖਿਆਵਾਂ ਨੇ ਉਵੇਂ ਹੀ ਹੈ। ਮਤਲਬ ਆਪਣੇ ਤਨ ਨਾਲ ਗੰਦੇ ਮੰਦੇ ਕੰਮ ਨਹੀਂ ਕਰਨੇ, ਫਿਰ ਇਹਨੂੰ ਗੁਰੂ ਦਾ ਹੀ ਸਮਝਾਂਗੇ ਅਸੀਂ। ਮਨ ਵੀ ਜਿਹੜਾ ਆ, ਇਹ ਗੁਰੂ ਦੀ ਮੱਤ ਮੁਤਾਬਕ ਜਿਹੜੇ ਨੇ ਮਨ ਦੇ ਵਿੱਚ ਸੋਚ ਵਿਚਾਰ ਖਿਆਲ ਉਦਾਂ ਦੇ ਲੈ ਕੇ ਆਣੇ ਆ ਗੁਰੂ ਦੀ ਮੱਤ, ਫਿਰ ਸਮਝਾਂਗੇ ਗੁਰੂ ਨੂੰ ਸੌਂਪਿਆ ਹੈ। ਧਨ ਵੀ ਕਿਰਤ ਕਮਾਈਆਂ ਕਰਕੇ ਜੋ ਮਿਲ ਰਿਹਾ, ਇਹ ਗੁਰੂ ਦੀ ਬਖਸ਼ਿਸ਼ ਹੈ। ਬੜੀ ਦੁਨੀਆ ਧੱਕੇ ਖਾਂਦੀ, ਪੜ੍ਹੇ ਲਿਖੇ ਵੈਲ ਐਜੂਕੇਟਡ ਤੁਸੀਂ ਵੀ ਦੇਖੇ ਹੋਣਗੇ, ਅਨਪੜ੍ਹ ਅੰਗੂਠਾ ਛਾਪ ਵੀ ਰਾਜ ਕਰਦੇ ਤੁਸੀਂ ਦੇਖੇ ਹੋਣਗੇ ਸੰਸਾਰ ਵਿੱਚ। ਇਹ ਉਹਦੀ ਬਖਸ਼ਿਸ਼ ਜਦੋਂ ਹੁੰਦੀ ਹੈ, ਫਿਰ ਹੀ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਸੋ ਮਹਾਰਾਜ ਕਹਿੰਦੇ ਸਾਰਾ ਕੁਛ ਆਪਣੇ ਗੁਰੂ ਦਾ ਸਮਝ, ਗੁਰੂ ਅੱਗੇ ਅਰਪਣ ਕਰ, ਗੁਰੂ ਦੇ ਹੁਕਮ ਕਮਾ, ਫਿਰ ਤੂੰ ਸੱਚ ਨੂੰ ਪਾ ਲਏਗਾ, ਪਰਮਾਤਮਾ ਨੂੰ ਪਾ ਲਏਗਾ। ਸੋ ਕਿੰਨੇ ਮਹਾਰਾਜ ਨੇ ਸਾਨੂੰ ਸਿੱਧੇ ਸਿੱਧੇ ਫਾਰਮੂਲੇ ਡਾਇਰੈਕਟ ਦੇ ਦਿੱਤੇ ਵੀ ਆਹ ਕਰ ਜੀਵਨ ਦੇ ਵਿੱਚ, ਇਹ ਕਰ, ਫਿਰ ਤੂੰ ਦੇਖ ਤੇਰਾ ਜਿਹੜਾ ਜੀਵਨ ਹੈ ਇਹ ਕਿੰਨਾ ਤੇਰਾ ਵਧੀਆ ਹੁੰਦਾ ਆ। ਮਹਾਰਾਜ ਕਹਿੰਦੇ ਤੂੰ ਪਵਿੱਤਰ ਹੋਵੇਗਾ ਨਾ, ਹੋਣਾ ਚਾਹਨਾ ਪਵਿੱਤਰ ਹੋਏ ਸੇ ਜਨਾ ਜਿਨੀ ਹਰ ਤੇ ਆਇਆ। ਜੋ ਤੂੰ ਪਵਿੱਤਰ ਹੋਣਾ ਚਾਹਨਾ, ਮਹਿਲਾ ਉਤਾਰਨੀਆਂ ਚਾਹਨਾ, ਤੇ ਫਿਰ ਹਰੀ ਦੀ ਅਰਾਧਨਾ ਕਰ, ਫਿਰ ਪਰਮਾਤਮਾ ਨੂੰ ਧਿਆ, ਉਹਦਾ ਨਾਮ ਜਪ, ਉਹਦੀ ਬਾਣੀ ਪੜ, ਉਹਦੇ ਗੁਣ ਗਾ, ਕਿਉਂਕਿ ਗੁਣ ਗਾਉਂਦਿਆਂ ਤੇਰੀਆਂ ਮਹਿਲਾ ਉਤਰਨਗੀਆਂ। ਜਿਹਨੂੰ ਯਾਦ ਕਰਾਂਗੇ, ਜਿਹਦੇ ਗੁਣ ਗਾਵਾਂਗੇ, ਜਿਹਦੀ ਚਰਚਾ ਕਰਾਂਗੇ, ਜਿਹਨੂੰ ਖਿਆਲਾਂ ਵਿੱਚ ਰੱਖਾਂਗੇ, ਉਹੋ ਜਿਹਾ ਸਾਡਾ ਸੁਭਾਅ ਹੋ ਕੇ ਹੀ ਰਹੇਗਾ। ਇੱਕ ਸਾਡੇ ਮਨ ਦੀ ਸਾਇੰਸ ਹੈ ਸੰਗਤ ਜੀ, ਤੇ ਰਿਸਰਚਸ ਹੋ ਚੁੱਕੀਆਂ ਨੇ। ਸੋ ਵਾਹਿਗੁਰੂ ਨੂੰ ਯਾਦ ਕਰੋ। ਮਹਾਰਾਜ ਕਹਿੰਦੇ ਅਗਰ ਤੁਸੀਂ ਪਵਿੱਤਰ ਹੋਣਾ, ਬੇਅੰਤ ਗੁਰੂ ਮਹਾਰਾਜ ਨੇ ਫਾਰਮੂਲੇ ਸਾਨੂੰ ਬਾਣੀ ਵਿੱਚ ਦਿੱਤੇ ਨੇ। ਕਿਤੇ ਆਨੰਦ ਸਾਹਿਬ ਦੀ ਬਾਣੀ ਐਵੇਂ ਨਹੀਂ ਸ਼ਾਮਿਲ ਕੀਤੀ ਪੰਜਾਂ ਬਾਣੀਆਂ ਵਿੱਚ। ਇਹ ਪੂਰੀ ਜੀਵਨ ਜਿਉਣ ਦੀ ਜਾਂਚ ਹੈ, ਪਰਮਾਤਮਾ ਨੂੰ ਮਿਲਣ ਦੀ ਵਿੱਚ ਕਲਾ ਆ। ਇੰਦਰੀਆਂ ਤੇ ਕਿਵੇਂ ਕੰਟਰੋਲ ਕਰਨਾ ਹੈ, ਸਾਰਾ ਇਹਦੇ ਵਿੱਚ ਕਲਾ ਆ। ਕਿਵੇਂ ਬਾਹਰ ਮੁਖੀ ਤੋਂ ਅੰਤਰਮੁਖੀ ਹੋ ਕੇ ਰਹਿਣਾ, ਇਸੇ ਸੰਸਾਰ ਵਿੱਚ ਵੀ ਰਹਿਣਾ ਹੈ, ਪਰਿਵਾਰ ਵਿੱਚ ਵੀ ਰਹਿਣਾ, ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਨਾ, ਲੇਕਿਨ ਨਿਰਲੇਪ ਕਿਵੇਂ ਰਹਿਣਾ। ਮਹਾਰਾਜ ਕਹਿੰਦੇ ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾ ਹੀ ਤੇਰੇ ਨਾਲ। ਜਿਹੜਾ ਤੂੰ ਪਰਿਵਾਰ ਦੇਖਦਾ, ਤੇਰੇ ਨਾਲ ਨਹੀਂ ਚੱਲਣਾ। ਮਤਲਬ ਇਹ ਤੇ ਕਿਤੇ ਫਸ ਨਾ ਜਾਈ। ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਮਹਾਰਾਜ ਜੀ ਛੱਡ ਦਈਏ ਫਿਰ ਸੰਸਾਰ, ਪਤੀ ਛੱਡ ਦਈਏ, ਪਤਨੀ ਛੱਡ ਦਈਏ, ਬੱਚੇ ਛੱਡ ਦਈਏ, ਮਾਤਾ ਪਿਤਾ ਛੱਡ ਦਈਏ। ਮਹਾਰਾਜ ਕਹਿੰਦੇ ਨਹੀਂ, ਛੱਡਣਾ ਨਹੀਂ, ਇਹਨਾਂ ਦਾ ਪਾਲਣ ਪੋਸ਼ਣ ਕਰ। ਇਹ ਕਰਮਾਂ ਦੇ ਕਾਰਨ ਸਾਰੇ ਇਕੱਠੇ ਹੋਏ ਨੇ। ਇਹ ਗ੍ਰਸਤੀ ਦਾ ਮਾਰਗ ਤਾਂ ਮਹਾਰਾਜ ਨੇ ਕਿਹਾ ਪ੍ਰਧਾਨ ਮਾਰਗ ਹੈ। ਇੱਥੇ ਹੀ ਰਹਿ ਕੇ ਤੂੰ ਖੁਦ ਕਮਾਏਗਾ, ਪਰਿਵਾਰ ਪਾਲੇਗਾ, ਸੇਵਾ ਕਰੇਗਾ, ਭਲਾ ਕਰੇਗਾ, ਇਹ ਤਾਂ ਬੜਾ ਸੁੰਦਰ ਮਾਰਗ ਹੈ। ਇਹ ਛੱਡਣਾ ਨਹੀਂ, ਡਿਊਟੀਆਂ ਪੂਰੀਆਂ ਕਰ, ਪਰ ਚਿੱਤ ਜਿਹੜਾ ਆਪਣਾ ਉਹ ਸਤਿਗੁਰ ਪਰਮਾਤਮਾ ਦੇ ਨਾਲ ਲਾ ਕੇ ਰੱਖ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਮਹਾਰਾਜ ਜੀ ਫਿਰ ਕੀ ਕਰੀਏ। ਮਹਾਰਾਜ ਕਹਿੰਦੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸੱਚੇ ਗੁਰੂ ਦਾ ਉਪਦੇਸ਼ ਸੁਣ, ਹਿਰਦੇ ਵਿੱਚ ਸੱਚ ਨੂੰ ਧਾਰਨ ਕਰ, ਵਾਹਿਗੁਰੂ ਨੂੰ ਯਾਦ ਕਰ, ਉਹਨੂੰ ਵਸਾ, ਤੇ ਇਹ ਉਹਦਾ ਹੀ ਸਮਝ ਕੇ ਸਾਰੇ ਇਹ ਪਰਿਵਾਰ ਦੇ ਵੀ ਜੋ ਮੈਂਬਰ ਨੇ ਉਹਦੇ ਜੀ ਸਮਝ ਕੇ ਫਿਰ ਇਹਨਾਂ ਨੂੰ ਪ੍ਰੇਮ ਵੀ ਕਰੇਗਾ। ਰੁੱਖਾ ਜਿਹਾ ਨਹੀਂ ਹੋ ਜਾਏਗਾ, ਬੰਦਗੀ ਵਾਲਾ ਫਿਰ ਕਿਤੇ ਰੁੱਖਾ ਜਿਹਾ ਨਹੀਂ ਹੁੰਦਾ, ਉਹ ਫਿਰ ਪ੍ਰੇਮ ਵੀ ਕਰਦਾ ਹੈ। ਪਰਮਾਤਮਾ ਦੇ ਭੇਜੀਆਂ ਜੀਆਂ ਨੇ, ਇਹਨਾਂ ਵਿੱਚ ਵੀ ਉਹਦਾ ਹੀ ਵਾਸ ਆ। ਸੋ ਆਪਣੀ ਡਿਊਟੀਜ਼ ਵੀ ਵਧੀਆ ਕਰੇਗਾ, ਸੋ ਪ੍ਰੇਮ ਵੀ ਕਰੇਗਾ, ਲੇਕਿਨ ਚਿੱਤ ਜਿਹੜਾ ਸਤਿਗੁਰ ਦੇ ਨਾਲ, ਸਤਿਗੁਰ ਦੇ ਉਪਦੇਸ਼ ਦੇ ਨਾਲ ਜੋੜ ਕੇ ਰੱਖਣਾ। ਉਪਦੇਸ਼ ਕਹਿ ਰਿਹਾ ਕਿ ਤੂੰ ਪਰਮਾਤਮਾ ਨੂੰ ਯਾਦ ਕਰ, ਪਰਮਾਤਮਾ ਨੂੰ ਧਿਆ, ਪਰਮਾਤਮਾ ਨੂੰ ਆਰਾਧ। ਤੋ ਸੰਗਤ ਜੀ
ਸਤਿਗੁਰਾਂ ਦੀਆਂ ਬੇਅੰਤ ਸਾਖੀਆਂ ਨੇ। ਬੇਅੰਤ ਸਤਿਗੁਰਾਂ ਨੇ ਜਿੱਥੇ-ਜਿੱਥੇ ਜਾ ਕੇ ਕਲਿਆਣ ਕੀਤਾ, ਬਾਣੀ ਰੂਪ ਵਿੱਚ ਕੀਤਾ, ਕਿਸੇ ਨੂੰ ਸਮਝਾ ਕੇ ਕੀਤਾ। ਜਿਵੇਂ ਉਹ ਬੀਬੀ ਨੂੰ ਜਿਹੜਾ ਹੈ ਉਹਨੂੰ ਸਮਝਾਇਆ ਕਿ ਪਰਦਾ ਨਹੀਂ ਕਰਨਾ। ਕਿੰਨੀਆਂ ਜੁਗਤਾਂ ਨੇ ਸਤਿਗੁਰ ਨਾਲ ਸਾਡਾ ਕਲਿਆਣ ਕਰਨ ਦੀਆਂ। ਅੱਜ ਵੀ ਸਾਡਾ ਕਲਿਆਣ ਸਤਿਗੁਰ ਜੀ ਕਰ ਰਹੇ ਨੇ। ਸਤਿਗੁਰਾਂ ਨੇ ਇੱਕ ਹੋਰ ਵੀ ਸਿੱਖ ਜਿਹੜੇ ਇਕੱਠੇ ਹੋਣ, ਇਹ ਜੋੜ ਮੇਲਿਆਂ ਦਾ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ਼ੁਰੂ ਕੀਤਾ ਸੀ। ਵਿਸਾਖੀ ਔਰ ਦੀਵਾਲੀ ਵੇਲੇ ਮਹਾਰਾਜ ਨੇ ਕਿਹਾ ਸੀ ਸਾਰੇ ਸਿੱਖ ਇੱਕ ਜਗ੍ਹਾ ਇਕੱਠੇ ਹੋ ਜਾਇਆ ਕਰੋ। ਇੱਕ ਤਾਂ ਸਤਿਗੁਰ ਦੇ ਉਪਦੇਸ਼ ਵੀ ਲਏ ਜਾਂਦੇ ਨੇ, ਦੂਸਰਾ ਆਪਸ ਜਿਹੜਾ ਹੈ ਸਾਂਝ ਵੀ ਬਣਦੀ ਹੈ, ਸੁੱਖ ਸਾਂਦ ਵੀ ਕਿਸੇ ਦੀ ਪੁੱਛੀ ਜਾਂਦੀ, ਕਿਸੇ ਨੂੰ ਲੋੜ ਹੈ ਉਹਦੀਆਂ ਜ਼ਰੂਰਤਾਂ ਵੀ ਪੂਰੀਆਂ ਰਲ ਮਿਲ ਕੇ ਸਾਰੇ ਕੀਤੀਆਂ ਜਾ ਸਕਦੀਆਂ ਨੇ। ਇਹ ਵੀ ਮਹਾਰਾਜ ਨੇ ਇੱਕ ਸੁੰਦਰ ਸਾਡੇ ਲਈ ਉਪਦੇਸ਼ ਦਿੱਤਾ ਵੀ ਰਲ ਮਿਲ ਕੇ ਰਹਿਣਾ ਸਾਰਿਆਂ ਨੇ, ਇੱਕ ਦੂਸਰੇ ਦਾ ਧਿਆਨ ਵੀ ਰੱਖਣਾ ਆ ਔਰ ਮਿਲ ਕੇ ਹਰੀ ਜਸ ਵੀ ਗਾਇਨ ਕਰਨੇ, ਸੰਗਤ ਵੀ ਕਰਨੀ ਹੈ। ਤੋਂ ਜਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਸੰਗਤ ਜੀ ਹਾਲੇ ਗੁਰੂ ਰੂਪ ਵਿੱਚ ਨਹੀਂ ਸਨ, ਜਦੋਂ ਤੀਰਥਾਂ ਤੇ ਜਾਇਆ ਕਰਦੇ ਸਨ, ਤਾਂ ਪੰਡਤ ਦੁਰਗੋ ਉਹਨੇ ਜਦੋਂ ਗੁਰੂ ਮਹਾਰਾਜ ਨੂੰ ਕਿਹਾ ਸੀ ਕਿ ਤੁਹਾਡੇ ਚਰਨਾਂ ਵਿੱਚ ਜਿਹੜਾ ਇਹ ਨਿਸ਼ਾਨ ਹੈ ਨਾ ਪਦਮ ਦਾ, ਤੇ ਤੁਸੀਂ ਚੱਕਰਵਰਤੀ ਸਮਰਾਟ ਹੋਗੇ ਜਾਂ ਤੁਸੀਂ ਇੰਨਾ ਗਿਆਨ ਹਾਸਲ ਕਰ ਲਓਗੇ ਕਿ ਸਾਰੇ ਹੀ ਤੁਹਾਡੇ ਚਰਨਾਂ ਵਿੱਚ ਜਿਹੜੇ ਨੇ ਉਹ ਢੁਕਣਗੇ। ਤਾਂ ਹੁਣ ਜਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਮਾਲਕ ਨੇ, ਤੋਂ ਬਾਣੀ ਵਿੱਚ ਵੀ ਜ਼ਿਕਰ ਆ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਦਾ, ਆ ਜਿਹੜੇ ਪਦਮ ਦੇ ਨਿਸ਼ਾਨ ਦਾ। ਤੋਂ ਕੀ ਕਹਿੰਦੇ ਨੇ ਭੱਟ ਕੱਲ ਜੀ, ਉਹ ਕਹਿੰਦੇ ਨੇ ਵਾਰਿਜ ਕਰ ਦਾਹਣੇ ਸਿੱਧ ਸਨਮੁਖ ਮੁਖ ਜੋਵੈ। ਕਹਿੰਦੇ ਨੇ ਤੁਹਾਡੇ ਸੱਜੇ ਹੱਥ ਵਿੱਚ ਪਦਮ ਹੈ, ਸਿੱਧ ਸਨਮੁਖ ਮੁਖ ਜੋਵੈ, ਤੇ ਜਿਹੜੀ ਸਿੱਧੀ ਹੈ ਨਾ ਉਹ ਤੁਹਾਡੇ ਵੱਲ ਮੂੰਹ ਕਰਕੇ ਖੜੀ ਹੈ ਵੀ ਤੁਸੀਂ ਕੋਈ ਵਚਨ ਕਰੋ ਮਹਾਰਾਜ ਜੀ, ਅਸੀਂ ਉਹਨੂੰ ਪੂਰੀਆਂ ਕਰੀਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਦੱਸ ਰਹੇ ਨੇ ਮਹਾਰਾਜ ਜੀ ਕਿੰਨੀ ਮਹਿਮਾ ਦੇ ਮਾਲਕ ਨੇ। ਫਿਰ ਕਹਿੰਦੇ ਨੇ ਰਿੱਧ ਵਸੇ ਬਾਵਾਂਗ ਜੋ ਤੀਨ ਲੋਕਾਂਤਰ ਮੋਹ। ਤੁਹਾਡੇ ਖੱਬੇ ਹੱਥ ਦੇ ਉੱਤੇ ਕੀ ਹੈ, ਸੱਜੇ ਹੱਥ ਦੇ ਉੱਤੇ ਤਾਂ ਦੱਸ ਦਿੱਤਾ ਵੀ ਸਿੱਧੀ ਹੈ, ਤਾਂ ਖੱਬੇ ਹੱਥ ਦੇ ਉੱਤੇ ਕੀ ਹੈ, ਬਾਵਾਂਗ ਖੱਬੇ ਹੱਥ ਦੇ ਉੱਤੇ ਕੀ ਹੈ, ਉਹ ਰਿੱਧੀ, ਮਤਲਬ ਰਿੱਧੀਆਂ ਖੱਬੇ ਹੱਥ ਦੇ ਉੱਤੇ, ਸਿੱਧੀਆਂ ਸੱਜੇ ਹੱਥ ਦੇ ਉੱਤੇ ਨੇ। ਇਹ ਰਿੱਧੀਆਂ ਸਿੱਧੀਆਂ ਜਿਹੜਾ ਤਿੰਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੋਹਿਆ ਹੋਇਆ, ਉਹ ਗੁਰੂ ਅਮਰਦਾਸ ਜੀ ਦੇ ਮੁਖ ਵੱਲ ਦੇਖ ਰਹੀਆਂ ਨੇ, ਤੁਸੀਂ ਕੋਈ ਵਚਨ ਕਰੋ ਅਸੀਂ ਪੂਰਾ ਕਰੀਏ। ਲੇਕਿਨ ਉਹ ਕਹਿੰਦੇ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਉਹ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਕੇ ਬੈਠੇ ਨੇ। ਉਹ ਰਿੱਧੀਆਂ ਸਿੱਧੀਆਂ ਵੱਲ ਨਹੀਂ ਮੋਹੇ ਹੋਏ, ਉਹ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਕੇ ਬੈਠੇ ਨੇ। ਰਿੱਧੈ ਵਸੇ ਅਕਹਿਓ ਸੋਇ ਰਸ ਤਿਨ ਹੀ ਜਾਤੋ। ਉਹ ਰਸ ਉਹੀ ਜਾਣਦੇ ਆ ਵੀ ਕਿਉਂਕਿ ਹਿਰਦੇ ਵਿੱਚ ਪਰਮਾਤਮਾ ਵਸਾਇਆ ਹੋਇਆ। ਔਰ ਬਾਣੀ ਦਾ ਵੀ ਨਿਰਣਾ ਆ, ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸਿਆ ਹੈ ਨਾ, ਤਾਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਉਹਦੇ ਤਾਂ ਪਿੱਛੇ ਲੱਗੀਆਂ ਫਿਰਦੀਆਂ ਨੇ। ਸੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਰਿੱਧੀਆਂ ਸਿੱਧੀਆਂ ਦੇ ਮਾਲਕ, ਦੀਨ ਦੁਨੀਆ ਦੇ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਫਿਰ ਇੱਕ ਵਾਰ ਤੀਰਥਾਂ ਤੇ ਗਏ ਨੇ। ਪਹਿਲਾਂ ਗਏ ਸਨ ਤੀਰਥਾਂ ਤੇ ਕੋਈ ਸੱਚ ਲੱਭਣ ਦੇ ਲਈ, ਮੇਲਾ ਧੋਣ ਲਈ। ਹੁਣ ਗਏ ਨੇ ਜਿਹੜੇ ਤੀਰਥਾਂ ਤੇ ਲੋਕ ਇਕੱਠੇ ਹੁੰਦੇ ਨੇ ਉਹਨਾਂ ਨੂੰ ਉਪਦੇਸ਼ ਦੇਣ ਦੇ ਲਈ ਵੀ ਤੀਰਥ ਜਿਹੜਾ ਆ ਉਹ ਤੀਰਥ ਦਾ ਇਸ਼ਨਾਨ ਆਪਣੇ ਅੰਤਰ ਕਰੋ, ਅੰਦਰੋਂ ਮੇਲਾ ਲਾਓ, ਫਿਰ ਤੁਸੀਂ ਅੰਤਰਾਤਮੀ ਤੀਰਥ ਵਿੱਚ ਇਸ਼ਨਾਨ ਕਰ ਲਓਗਾ। ਤਾਂ ਇਹ ਉਪਦੇਸ਼ ਦੇਣ ਲਈ ਮਹਾਰਾਜ ਜੀ ਗਏ ਨੇ। ਤਾਂ ਉੱਥੇ ਫਿਰ ਪੰਡਤ ਦੁਰਗੋ ਹੈ, ਉਹਨੇ ਦੇਖਿਆ ਵੀ ਬੜੀ ਪਿੱਛੇ ਸੰਗਤ, ਸਿੱਖ ਵੀ ਨਾਲ ਨੇ, ਬੜੀ ਸੰਗਤ ਹੈ, ਵੀ ਕੌਣ ਨੇ, ਪੁੱਛਿਆ ਉਹਨਾਂ ਨੂੰ। ਪੰਡਤ ਦੁਰਗੋ ਨੇ, ਉਹਨਾਂ ਨੇ ਕਿਹਾ ਵੀ ਇਹ ਮਹਾਰਾਜ ਦਾ ਉੱਥੇ ਦਰਬਾਰ ਲੱਗਿਆ ਸੀ, ਸੰਗਤਾਂ ਬੈਠੀਆਂ ਸਨ, ਕਿਹਾ ਵੀ ਇਹ ਤਾਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ। ਪੰਡਤ ਦੁਰਗੋ ਗਿਆ, ਉਹਨੂੰ ਆਪਣਾ ਉਹ ਯਾਦ ਆ ਗਿਆ ਜਦੋਂ ਦਰਸ਼ਨ ਕੀਤੇ ਸਤਿਗੁਰਾਂ ਨੇ ਵੀ ਮੈਂ ਤਾਂ ਉਹ ਭਵਿੱਖਬਾਣੀ ਕੀਤੀ ਸੀ, ਮੇਰੀ ਜੋਤਿਸ਼ ਵਿਦਿਆ ਨੇ ਦੱਸਿਆ ਸੀਗਾ ਇਵੇਂ। ਉਹਨੇ ਜਾ ਕੇ ਕਿਹਾ ਵੀ ਮਹਾਰਾਜ ਜੀ ਚਰਨਾਂ 'ਚ ਮੱਥਾ ਟੇਕ ਕੇ ਮੈਨੂੰ ਪਛਾਣਿਆ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਬੜੇ ਪ੍ਰਸੰਨ ਹੋਏ ਕਿ ਹਾਂ ਪੰਡਤ ਦੁਰਗੋ ਪਛਾਣ ਲਿਆ ਵੀ ਤੈਨੂੰ। ਤੇ ਮਹਾਰਾਜ ਨੇ ਕਿਹਾ ਦੱਸ ਤੈਨੂੰ ਕੀ ਦਈਏ। ਉਦੋਂ ਗੁਰੂ ਮਹਾਰਾਜ ਨੂੰ ਉਹਨੂੰ ਦੇਣਾ ਚਾਹੁੰਦੇ ਸਨ ਨਾ ਵੀ ਕੋਈ ਪੈਸਾ, ਕਿਉਂਕਿ ਉਹਨੇ ਦੱਸਿਆ ਸੀ ਤੇ ਦੇਣਾ ਲੈਣਾ ਬਣਿਆ ਹੋਇਆ ਸੰਸਾਰ ਵਿੱਚ, ਫਰੀ ਨਾ ਕੁਛ ਨਹੀਂ ਹੁੰਦਾ, ਟ੍ਰਾਂਸਫਰ ਹੁੰਦਾ ਰਹਿੰਦਾ। ਸੋ ਕਿਸੇ ਵੀ ਐਨਰਜੀ ਦੇ ਰੂਪ ਦੇ ਵਿੱਚ ਮਹਾਰਾਜ ਨੇ ਕਿਹਾ ਵੀ ਉਦੋਂ ਤੈਨੂੰ ਕੁਛ ਦਈਏ, ਤਾਂ ਉਹਨੇ ਕਿਹਾ ਨਹੀਂ ਮੈਂ ਹੁਣ ਨਹੀਂ ਲੈਣਾ, ਜਦੋਂ ਤੁਸੀਂ ਮਾਲਕ ਬਣੋਗੇ ਦੀਨ ਦੁਨੀਆ ਦੇ ਜਾਂ ਚੱਕਰਵਰਤੀ ਸਮਰਾਟ ਬਣੋਗੇ ਉਦੋਂ ਮੈਂ ਤੁਹਾਡੇ ਕੋਲ ਮੰਗਣ ਆਵਾਂਗਾ। ਅੱਜ ਪੰਡਤ ਦੁਰਗੋ ਦੀ ਵਾਰੀ ਹੈ। ਤਾਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਪੰਡਤ ਜੀ ਸਾਨੂੰ ਯਾਦ ਹੈ ਤੁਸੀਂ, ਤੁਹਾਡੀ ਜੋਤਿਸ਼ ਵਿਦਿਆ ਨੇ ਜੋ ਤੁਸੀਂ ਕਿਹਾ ਸੀ, ਤੁਹਾਡੇ ਵਿਦਿਆ ਸਹੀ ਨਿਕਲੀ। ਸੋ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੀਨ ਦੁਨੀਆ ਦੇ ਮਾਲਕ ਬਣਾਇਆ, ਤੁਸੀਂ ਮੰਗੋ ਤੁਹਾਨੂੰ ਕੀ ਚਾਹੀਦਾ ਹੈ। ਸੋ ਪੰਡਤ ਦੁਰਗੋ
ਉਹ ਕਹਿੰਦਾ ਵੀ ਮਹਾਰਾਜ ਜੀ, ਜੇ ਮੈਂ ਸੰਸਾਰਿਕ ਧਨ ਮੰਗਦਾ, ਮਹਾਰਾਜ ਕਿਹਾ ਇੱਕ ਚੀਜ਼ ਮੰਗ ਲਾ ਕੋਈ ਵੀ, ਜੇ ਮੈਂ ਸੰਸਾਰਿਕ ਧਨ ਮੰਗਦਾ ਤੁਹਾਡੇ ਕੋਲੋਂ, ਫਿਰ ਮੈਨੂੰ ਨਾਮ ਧਨ ਨਹੀਂ ਮਿਲਣਾ। ਸੰਸਾਰ ਵਿੱਚ ਤਾਂ ਬੜੀ ਇੱਜ਼ਤ ਮਾਣ ਹੋ ਜਾਊਗੀ, ਕਿਉਂਕਿ ਪੈਸੇ ਤੋਂ ਬਿਨਾਂ ਗੁਜ਼ਾਰਾ ਨਹੀਂ ਆ ਬੰਦੇ ਦਾ, ਇਹਦੀ ਬੜੀ ਜ਼ਰੂਰਤ ਹੈ। ਲੇਕਿਨ ਮੈਨੂੰ ਫਿਰ ਜੰਮਾਂ ਦਾ ਡਰ ਆ, ਕਿਉਂਕਿ ਨਾਮ ਧਨ ਨਹੀਂ ਮਿਲਣਾ। ਜੇ ਮੈਂ ਤੁਹਾਡੇ ਕੋਲ ਨਾਮ ਧਨ ਲੈ ਲੈਂਦਾ ਆ, ਤਾਂ ਜਮ੍ਹਾਂ ਦੀ ਵਾਹੀ ਤਾਂ ਕੱਟੀ ਜਾਏਗੀ, ਲੇਕਿਨ ਇੱਥੇ ਮੇਰਾ ਗੁਜ਼ਾਰਾ, ਪਰਿਵਾਰ, ਸਾਰਾ ਕੁਛ। ਤਾਂ ਮਹਾਰਾਜ ਜੀ ਵੀ ਇਹ ਤਾਂ ਪੰਡਤ ਦੁਰਗੋ ਨੇ ਸਤਿਗੁਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਿਉਂਕਿ ਇਹ ਜਿਹੜਾ ਪੈਸਾ ਆ ਸੰਗਤ ਜੀ, ਬਾਬਾ ਕਬੀਰ ਜੀ ਬੜਾ ਬਾਣੀ ਦੇ ਵਿੱਚ ਮਾਇਆ ਨੂੰ ਮਤਲਬ ਕੱਟ ਕੇ ਸੁੱਟਿਆ ਬਾਬਾ ਕਬੀਰ ਜੀ ਨੇ। ਲੇਕਿਨ ਇਹ ਮਾਇਆ ਦਾ ਜਿਹੜਾ ਪੈਸਾ ਰੂਪ ਆ ਨਾ, ਜਿਹੜੀ ਗ੍ਰਸਤੀ ਨੂੰ ਲੋੜ ਆ, ਇਹਦਾ ਬਾਬਾ ਕਬੀਰ ਜੀ ਨੇ ਜ਼ਿਕਰ ਵੀ ਕਰ ਦਿੱਤਾ। ਕਹਿੰਦੇ ਗ੍ਰਸਤੀ ਕੋਲ ਪੈਸਾ ਹੋਣਾ ਚਾਹੀਦਾ। ਬਾਣੀ ਦੇ ਬਚਨ ਨੇ, ਕਹਿੰਦੇ ਗ੍ਰਹਿ ਸੋਭਾ ਜਾ ਕੇ ਰੇ ਨਾਹੇ, ਆਵਤ ਪਹੀਆ ਖੁਦੇ ਚਾਹੇ, ਵਾਕੇ ਅੰਤਰ ਨਹੀਂ ਸੰਤੋਖ, ਬਿਨ ਸੁਹਾਗਨ ਲਾਗੇ ਦੋਖ, ਧਨ ਸੁਹਾਗਨ ਮਹਾਪਵੀਰ ਤਪਿਤ ਪਿਸਰ ਡੋਲੇ ਚਿਤ। ਬਾਬਾ ਕਬੀਰ ਜੀ ਕਹਿੰਦੇ ਨੇ, ਅਗਰ ਗ੍ਰਸਤੀ ਕੋਲ ਪੈਸਾ ਨਾ ਹੋਵੇ, ਇਹ ਮਾਇਆ ਨਾ ਹੋਵੇ, ਤਾਂ ਉਹਦੇ ਘਰ ਅਗਰ ਕੋਈ ਮਹਿਮਾਨ ਆ ਜਾਵੇ, ਕੋਈ ਯਾਤਰੀ ਰਾਹੀ ਆ ਜਾਵੇ, ਕਿਉਂਕਿ ਉਹਦੇ ਕੋ ਆਪਣੇ ਕੋ ਨਹੀਂ ਆ, ਉਹਨੂੰ ਵੀ ਨਹੀਂ ਉਹ ਪ੍ਰਸ਼ਾਦਾ ਛਕਾਊਗਾ, ਭੁੱਖਾ ਹੀ ਚੱਲ ਜਾਊਗਾ ਉਹਦੇ ਘਰੋਂ। ਸੋ ਗ੍ਰਸਤੀ ਨੂੰ ਕਿੰਨਾ ਬੁਰਾ ਲੱਗੂਗਾ ਵੀ ਮੇਰੇ ਕੋਲ ਸੀਗਾ ਹੀ ਨਹੀਂ, ਮੈਂ ਇਹਨੂੰ ਕੁਝ ਛਕਾ ਹੀ ਨਹੀਂ ਸਕਿਆ। ਤੁਹਾਨੂੰ ਸੰਤੋਖ ਨਹੀਂ ਆਣਾ ਇਹੋ ਜਿਹੇ ਗ੍ਰਸਤੀ ਨੂੰ, ਔਰ ਦੁਖੀ ਰਹੂਗਾ ਉਹ, ਆਪਣੇ ਕੋਲ ਵੀ ਨਹੀਂ, ਕਿਸੇ ਨੂੰ ਵੀ ਨਹੀਂ ਛਕਾ ਸਕਦਾ। ਏਦਾਂ ਦਾ ਗ੍ਰਸਤੀ ਫਿਰ ਦੁਖੀ ਰਹਿੰਦਾ ਆ। ਫਿਰ ਉਹ ਕਹਿੰਦੇ ਨੇ ਵੀ ਜਿਹੜਾ ਇਹ ਪੈਸਾ ਆ, ਇਹ ਤਾਂ ਪਵਿੱਤਰ ਆ, ਇਹਨੂੰ ਧਨ ਵੀ ਕਿਹਾ ਬਾਬਾ ਕਬੀਰ ਜੀ ਨੇ, ਉਹਨੂੰ ਪਵਿੱਤਰ ਵੀ ਕਿਹਾ। ਉਹਨੇ ਕਿਹਾ, ਬਾਬਾ ਕਬੀਰ ਜੀ ਕਹਿੰਦੇ ਨੇ, ਵੱਡੇ ਵੱਡੇ ਤਪੀ ਤਪੀਸਰ ਡੋਲ ਜਾਂਦੇ ਨੇ, ਅਗਰ ਨਿਰਵਾਹ ਕਰਨ ਦੇ ਲਈ ਪੈਸਾ ਨਾ ਹੋਵੇ। ਚਾਹੇ ਤਪੀ ਤਪੀਸਰਾਂ ਨੂੰ ਗ੍ਰਸਤੀ ਦਿੰਦੇ ਨੇ ਜਾ ਕੇ, ਬਸਤਰ ਵੀ, ਖਾਣ ਪੀਣ ਨੂੰ ਵੀ, ਲੇਕਿਨ ਉਹ ਪੈਸੇ ਨਾਲ ਹੀ ਆ ਜਾਂਦਾ ਨਾ। ਤਾਂ ਬਾਬਾ ਕਬੀਰ ਜੀ ਕਹਿੰਦੇ ਇਹ ਤਾਂ ਧਨ ਆ, ਮਾਇਆ ਦਾ ਇਹ ਰੂਪ, ਇਹ ਧਨ ਆ, ਜਿਹਦੇ ਨਾਲ ਸਾਡਾ ਨਿਰਵਾਹ ਹੁੰਦਾ, ਜਿਹਦੇ ਨਾਲ ਸਾਡਾ ਗੁਜ਼ਾਰਾ ਹੁੰਦਾ। ਸੋ ਇਹੀ ਅੱਜ ਪੰਡਤ ਦੁਰਗੋ ਜੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਹਿ ਰਹੇ ਨੇ ਕਿ ਗੁਰੂ ਮਹਾਰਾਜ ਜੀ, ਅਗਰ ਮੈਂ ਸੰਸਾਰਿਕ ਧਨ ਮੰਗ ਲੈਣਾ, ਮੈਨੂੰ ਨਾਮ ਧਨ ਨਹੀਂ ਮਿਲੇਗਾ। ਅਗਰ ਮੈਂ ਨਾਮ ਧਨ ਮੰਗ ਲੈਣਾ ਤਾਂ ਮੇਰਾ ਗੁਜ਼ਾਰਾ ਮੁਸ਼ਕਿਲ ਹੋ ਜਾਏਗਾ। ਹੁਣ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਹੀ ਹਾਂ ਮਹਾਰਾਜ ਜੀ, ਹੁਣ ਤੁਸੀਂ ਆਪ ਹੀ ਕਰੋ, ਕਿਵੇਂ ਕਰਦੇ ਹੋ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਤਨੇ ਪ੍ਰਸੰਨ ਹੋ ਗਏ ਪੰਡਤ ਦੁਰਗੋ ਦੀ ਇਹਨਾਂ ਬਚਨਾਂ ਤੋਂ। ਮਹਾਰਾਜ ਨੇ ਕਿਹਾ, ਪੰਡਤ ਦੁਰਗੋ, ਤੈਨੂੰ ਦੋਨੋਂ ਹੀ ਦਾਤਾਂ ਦਿੱਤੀਆਂ, ਇਸ ਲੋਕ ਦਾ ਧਨ ਵੀ ਦਿੱਤਾ ਵਰਤਣ ਦੇ ਲਈ, ਔਰ ਤੈਨੂੰ ਨਾਮ ਧਨ ਵੀ ਦਿੱਤਾ। ਪਰ ਹੁਣ ਮਹਾਰਾਜ ਨੇ ਅੱਗੇ ਫਿਰ ਕੀ ਦੱਸਿਆ? ਮਹਾਰਾਜ ਨੇ ਕਿਹਾ, ਸਿਮਰਨ ਵੀ ਕਰਦੇ ਰਹਿਣਾ ਨਿਰੰਤਰ, ਔਰ ਧਨ ਤੋਂ ਜਿੰਨਾ ਮਰਜ਼ੀ ਵਰਤੀ, ਕਦੀ ਤੋਟਾ ਨਹੀਂ ਆਣੀ, ਪਰ ਇਹ ਵੰਡ ਵੰਡ ਕੇ ਛਕੀ। ਨਾਲ ਕੰਡੀਸ਼ਨ ਰੱਖ ਦਿੱਤੀ ਵੀ ਨਾਮ ਵੀ ਜਪੀ ਜਾਣਾ, ਧਨ ਵੀ ਵੰਡ ਵੰਡ ਕੇ ਛਕਣਾ। ਗੁਰੂ ਮਹਾਰਾਜ ਦੇ ਭਾਈ ਸੰਤੋਖ ਸਿੰਘ ਜੀ ਨੇ ਪੰਡਤ ਦੁਰਗੋ ਤੇ ਦੇ ਜਿਹੜੇ ਬਚਨ ਨੇ ਸਤਿਗੁਰਾਂ ਨਾਲ ਹੋਏ, ਬੜੇ ਆਪਣੇ ਭਾਵਨਾ ਨਾਲ ਜ਼ਿਕਰ ਕੀਤੇ ਨੇ। ਕਹਿੰਦੇ ਨੇ, ਪੰਡਤ ਦੁਰਗੋ ਜੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਹਿੰਦੇ ਨੇ, ਨਾਮ ਦੇ ਧਨ ਦੇ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਸਹਾਏ। ਕਹਿੰਦੇ ਅਗਰ ਨਾਮ ਧਨ ਮਿਲ ਜਾਂਦਾ, ਦੂਸਰਾ ਧਨ ਨਹੀਂ ਮਿਲਦਾ, ਤੇ ਇਸ ਸੰਸਾਰ ਵਿੱਚ ਕੋਈ ਬਾਤ ਹੀ ਨਹੀਂ ਪੁੱਛਦਾ ਪੈਸੇ ਤੋਂ ਬਿਨਾਂ। ਜੋ ਧਨ ਦੇ, ਨਾਮ ਨਾ ਦੇਵੇ, ਨਾਮ ਬਿਨਾ ਜਨ ਜੰਪੁਰ ਜਾਏ। ਜੇ ਤੁਸੀਂ ਸੰਸਾਰਿਕ ਧਨ ਦੇ ਦਿੰਦੇ ਹੋ, ਨਾਮ ਨਹੀਂ ਦਿੰਦੇ, ਇਹ ਤੋਂ ਬਿਨਾ ਫਿਰ ਜੰਮਾਂ ਦੇ ਵਸ ਪੈਣਾ ਪੈ ਜਾਣਾ ਮੈਨੂੰ। ਤੁਮ ਪੈ ਕਹੀ ਨਹੀਂ ਬਨ ਆਵੇ, ਜੋ ਭਾਵੇ ਤਿਉ ਬੰਤ ਬਣਾਏ। ਮਹਾਰਾਜ ਜੀ, ਮੈਨੂੰ ਸਮਝ ਨਹੀਂ ਆਉਂਦੀ, ਹੁਣ ਤੁਸੀਂ ਆਪੇ ਹੀ ਜਿਵੇਂ ਬਣਦਾ ਤੁਸੀਂ ਆਪ ਹੀ ਕਰੋ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਜੀ, ਗੁਰੂ ਅਮਰਦਾਸ ਤੇ ਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਬਾਬਾ ਤੇਜਭਾਨ ਜੀ ਦੇ ਪੁੱਤਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੋਨੋਂ ਨਿਰਮਲ ਪੰਥ ਚਲਾ ਦਿੱਤੇ। ਸੋ ਇਹਨੂੰ ਨਿਰਮਲ ਕਿਹਾ, ਤੇ ਧਨ ਵੀ ਜਿਹੜਾ ਨਾ, ਇਹ ਨਿਰਮਲ ਆ, ਕਿਉਂਕਿ ਸਾਡਾ ਇੰਨਾ ਗੁਜ਼ਾਰਾ ਹੁੰਦਾ ਆ। ਸੰਸਾਰਿਕ ਧਨ ਵੀ, ਨਾਮ ਧਨ ਵੀ, ਇਹ ਦੋਨੋਂ ਧਨ ਜਿਹੜਾ, ਇਹ ਨਿਰਮਲ ਪੰਥ ਆ। ਸਿੱਖੀ ਦਾ ਮਾਰਗ ਇਹੀ ਹੈ ਵੀ ਕਿਰਤ ਕਮਾ ਕੇ ਪੈਸਾ ਕਮਾਉਣਾ ਵੀ ਹੈ, ਪਰਿਵਾਰ ਲਈ ਵੀ ਵਰਤਣਾ, ਵੰਡ ਕੇ ਵੀ ਛਕਣਾ, ਇਹ ਨਿਰਮਲ ਪੰਥ ਆ। ਨਾਮ ਜਪਣਾ, ਇਹ ਨਿਰਮਲ ਪੰਥ ਆ। ਜਬ ਲਗ ਜੀਵੋ ਧਨ ਬਹੁ ਪਾਵੋ, ਸਿਮਰੋ ਸਤਨਾਮ ਲਿਵ ਲਵੋ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਪੰਡਤ ਦੁਰਗੋ ਨੂੰ ਕਿਹਾ, ਜਦੋਂ ਤੱਕ ਤੂੰ ਜਿਉਂਦਾ ਰਹੇਗਾ, ਤੈਨੂੰ ਕਦੇ ਵੀ ਤੋਟਾ ਨਹੀਂ ਆਣੀ ਧਨ ਦੀ, ਦੋਨੋਂ ਧਨ ਦੀ। ਔਰ ਪਰ ਤੂੰ ਸਿਮਰਨ ਕਰੀ, ਨਾਲ ਬੰਦਗੀ ਕਰਦਾ ਰਹੇ। ਪੁੰਨ ਦਾਨ ਕਾ ਲੋਕ ਸਦ ਹੈ, ਅੰਤ ਕਾਲ ਜਮ ਨਹਿ ਦਰਸੈ ਹੈ।
ਕਹਿੰਦੇ ਨੇ ਪੁੰਨ ਦਾਨ ਕਰਦਾ ਰਹੀਂ, ਜਿਹੜਾ ਤੈਨੂੰ ਸੰਸਾਰਿਕ ਧਨ ਵੀ ਮਿਲਣਾ ਆ ਤਾਂ ਤੈਨੂੰ ਕਦੀ ਵੀ ਕਮੀ ਨਹੀਂ ਆਵੇਗੀ। ਨਾਮ ਜਪਦਾ ਰਹੀਂ, ਤੈਨੂੰ ਜਮਾਂ ਦੀ ਫਾਹੀ ਵੀ ਨਹੀਂ ਮਿਲੇਗੀ। ਸੋ ਸਾਰੇ ਮਹਾਰਾਜ ਨੇ ਸਾਨੂੰ ਸਿਧਾਂਤ ਦਿੱਤੇ ਨੇ, ਭਾਈ ਨਾਮ ਵੀ ਜਪਣਾ, ਸਤਿਗੁਰਾਂ ਦੇ ਬਚਨ ਕਮਾਣੇ ਨੇ, ਦੋਸਤੀ ਕਿਹਨਾਂ ਦੇ ਨਾਲ ਕਰਨੀ ਹੈ, ਇਹ ਸਾਰਾ ਕੁਝ, ਔਰ ਗੁਣਾਂ ਨੂੰ ਅਸੀਂ ਇਕੱਠੇ ਕਰਨਾ, ਔਗਣਾਂ ਦਾ ਅਸੀਂ ਤਿਆਗ ਕਰਨਾ ਆ, ਔਰ ਨਾਮ ਜਪਣਾ ਆ, ਆਪਣੇ ਆਪ ਨੂੰ ਆਪਣੇ ਗੁਰੂ ਦੇ ਅੱਗੇ ਸਮਰਪਿਤ ਕਰਕੇ ਚੱਲਣਾ, ਔਰ ਸੁੱਚੀਆਂ ਕਿਰਤ ਕਮਾਈਆਂ ਵੰਡ ਕੇ ਛਕਣੀਆਂ ਆ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਉਪਦੇਸ਼ ਬਾਣੀ ਦੇ ਵਿੱਚ ਬੇਅੰਤ ਤਰੀਕਿਆਂ ਨਾਲ ਮਹਾਰਾਜ ਜੀ ਸਾਨੂੰ ਸਾਡਾ ਕਲਿਆਣ ਕਰਨ ਦੇ ਲਈ ਸਾਨੂੰ ਬਾਰ-ਬਾਰ ਸਮਝਾਉਂਦੇ ਨੇ। ਤੇ ਸੰਗਤ ਜੀ, ਹੁਣ ਸਾਡੇ ਕੋਲ ਜਨਮਾਂ ਦੀਆਂ ਭੁੱਲਾਂ ਵੀ ਹੋਈਆਂ ਨੇ, ਇਹਦੇ ਲਈ ਵੀ ਮਹਾਰਾਜ ਜੀ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਏਦਾਂ ਬੇਨਤੀਆਂ ਕਰ ਲਿਆ ਕਰੋ, ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਉਹ ਪਾਪੀ ਵੱਡ ਗੁਨਹਗਾਰ। ਸੋ ਇਹ ਨਿਮਰਤਾ ਵੀ ਲੈ ਕੇ ਆਉਂਦੀ ਹੈ, ਭਾਵ ਆਪਣੀਆਂ ਮਹਿਲਾਂ ਦੇਖਣ ਦਾ ਮੌਕਾ ਵੀ ਮਿਲਦਾ, ਵੀ ਕਿੰਨੀਆਂ ਅਸੀਂ ਮਹਿਲਾਂ, ਸੋਚ ਵਿੱਚ ਹੀ ਸਾਡੇ ਕਿੰਨੀਆਂ ਮਹਿਲਾਂ ਨੇ, ਬਾਣੀ ਸਾਡੇ ਸ਼ਬਦਾਂ ਵਿੱਚ ਕਿੰਨੀਆਂ ਮਹਿਲਾਂ ਨੇ, ਸਾਡੇ ਐਕਸ਼ਨਸ ਦੇ ਵਿੱਚ ਕਿੰਨੀਆਂ ਮਹਿਲਾਂ ਨੇ। ਇਹ ਮਹਾਰਾਜ ਸਾਨੂੰ ਆਪਣੇ ਆਪ ਨੂੰ ਦੇਖਣਾ ਦਿਖਾਉਂਦੇ ਨੇ, ਨਾਲ ਕਹਿੰਦੇ ਨੇ ਆਪਣੇ ਗੁਰੂ ਅੱਗੇ ਬੇਨਤੀਆਂ ਕਰੋ, ਅਰਦਾਸਾਂ ਕਰੋ ਕਿ ਮਹਾਰਾਜ ਜੀ ਸਾਨੂੰ ਤੁਸੀਂ ਬਖਸ਼ ਲਓ, ਕਿਉਂਕਿ ਕਰਮਾਂ ਦੇ ਲੇਖੇ ਅਸੀਂ ਦੇਣ ਲੱਗੇ ਨਾ, ਸਾਡੀ ਵਾਰੀ ਨਹੀਂ ਆਣੀ ਕਦੇ ਵੀ। ਹਰ ਜਿਉ ਲੇਖੈ ਵਾਰ ਨਾ ਆਵਈ ਤੋਂ ਬਖਸ਼ ਮਿਲਾਵਣ, ਸਾਡੀ ਲੇਖਿਆਂ ਨਾਲ ਵਾਰੀ ਨਹੀਂ ਆਣੀ ਮਹਾਰਾਜ ਜੀ, ਲੇਕਿਨ ਤੁਸੀਂ ਬਖਸ਼ਿਸ਼ ਕਰ ਦਿਓ, ਤੁਸੀਂ ਮੇਰਾ ਦੇ ਘਰ ਵਿੱਚ ਆ ਜਾਓ, ਤੁਸੀਂ ਸਾਡਾ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਦਿਓ। ਸੋ ਇਹ ਨਿੱਜੀ ਅਰਦਾਸ ਵੀ, ਸਰਬ ਸਾਂਝੀ ਅਰਦਾਸ ਕਰਨੀ ਵੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਿਖਾਉਂਦੇ ਨੇ। ਸਰਬੱਤ ਦਾ ਭਲਾ, ਨਾਲੇ ਕਹਿੰਦੇ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤੈ ਲਿਹੋ ਉਬਾਰ, ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਣਹਾਰ। ਤੋ ਸੰਗਤ ਜੀ, ਅਸੀਂ ਵੀ ਅੱਜ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਇਹੀ ਬੇਨਤੀਆਂ ਅਸੀਂ ਵੀ ਕਰਾਂਗੇ, ਜਿਹੜੀ ਪੰਡਤ ਦੁਰਗੋ ਨੇ ਵੀ ਕੀਤੀ ਹੈ। ਗ੍ਰਸਤੀਆਂ ਤਾਂ ਸੰਸਾਰਿਕ ਧਨ ਵੀ ਚਾਹੀਦਾ ਹੈ, ਪਰਮਾਤਮਾ ਨੂੰ ਮਿਲਣ ਦੇ ਲਈ ਨਾਮ ਧਨ ਵੀ ਚਾਹੀਦਾ, ਇਹ ਵੀ ਬੇਨਤੀ ਸਾਰੀ ਸੰਗਤ ਦੀ। ਔਰ ਨਾਲ ਜਿਹੜਾ ਮਾਰੇ ਨੇ ਸਾਨੂੰ ਕਿਹਾ ਵੀ ਆਪਣੀਆਂ ਗੁਨਾਹ, ਆਪਣੀਆਂ ਗਲਤੀਆਂ, ਆਪਣੀ ਔਗਣ, ਇਹਨਾਂ ਨੂੰ ਦੇਖੋ ਔਰ ਆਪਣੇ ਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰੋ ਕਿ ਮਹਾਰਾਜ ਜੀ ਅਸੀਂ ਆਪਣੇ ਕਿੱਥੇ ਲੇਖਿਆਂ ਦਾ ਹਿਸਾਬ ਅਸੀਂ ਦੇਵਾਂਗੇ, ਸਾਡੀ ਤਾਂ ਵਾਰੀ ਨਹੀਂ ਆਣੀ, ਫਿਰ ਤੁਸੀਂ ਸਾਨੂੰ ਬਖਸ਼ ਲਓ ਦਾਤਾ ਜੀ, ਤੁਸੀਂ ਸਾਨੂੰ ਬਖਸ਼ ਲਓ। ਸਾਰੀ ਸੰਗਤ ਨੂੰ, ਸਾਰੀ ਸੰਗਤ ਜੀ ਅਰਦਾਸ ਬੇਨਤੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦਾ ਲੋਕ ਵੀ ਸੁਖੀ ਪਰ ਲੋਕ ਵੀ ਸੁਹੇਲਾ ਕਰੋ ਦਾਤਾ ਜੀ। ਸਾਡੇ ਕਰਮ ਨਾ ਵਿਚਾਰਿਓ, ਸਾਡੇ ਗੁਨਾਹ ਨਾ ਵਿਚਾਰਿਓ, ਸਾਡੇ ਔਗਣ ਨਾ ਵਿਚਾਰਿਓ ਦਾਤਾ ਜੀ। ਬਖਸ਼ਿਸ਼ਾਂ ਦੇ ਮਿਹਰਾਂ ਦੇ ਘਰ ਵਿੱਚ ਆ ਕੇ ਸਾਡੇ ਸਾਰਿਆਂ ਦੇ ਪਾਪ, ਸਾਡੇ ਔਗਣ, ਸਾਡੇ ਕਿਲਵਿਕ, ਸਾਡੀਆਂ ਮਹਿਲਾਂ, ਸਾਡੇ ਗੁਨਾਹ ਬਖਸ਼ ਕੇ ਦਾਤਾ ਜੀ ਸਾਡਾ ਸਾਰਿਆਂ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਮੇਲ ਕਰਾਓ। ਸਾਰੀ ਸੰਗਤ ਦਾ ਆਪ ਜੀ ਦੇ ਚਰਨਾਂ ਵਿੱਚ ਬਾਰੰਬਾਰ ਸਾਡੀਆਂ ਬੇਨਤੀਆਂ ਅਰਦਾਸਾਂ ਜੋਦੜੀਆਂ ਨੇ। ਸੰਗਤ ਜੀ, ਕੋਟਾਨ ਸ਼ੁਕਰਾਨਾ ਆਪ ਸਾਰੀਆਂ ਸੰਗਤਾਂ ਦਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਸੰਗਤ ਜੀ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਸੰਗਤਾਂ ਦੇ ਵਿੱਚ ਵਾਹਿਗੁਰੂ ਜੀ ਵਸਦੇ ਨੇ। ਤੁਸੀਂ ਬਖਸ਼ੋਗੇ, ਵਾਹਿਗੁਰੂ ਜੀ ਵੀ ਬਖਸ਼ਣਗੇ, ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਵੀ ਬਖਸ਼ ਲੈਣਗੇ ਔਰ ਸਾਡਾ ਵਾਹਿਗੁਰੂ ਜੀ ਦੇ ਨਾਲ ਮੇਲ ਕਰਵਾ ਦੇਣਗੇ। ਹਮੇਸ਼ਾ ਹੀ ਆਪਣੀ ਕਿਰਪਾ ਦ੍ਰਿਸ਼ਟੀ, ਆਪਣੀਆਂ ਅਸੀਸਾਂ ਬਣਾ ਕੇ ਰੱਖਣਾ, ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।